ਤਾਂ ਸੈਣੀ ਨੂੰ ਹਾਈ ਕੋਰਟ ਤੋਂ ਰਾਹਤ ਵੀ ਨਹੀਂ ਮਿਲੀ। ਪਰ ਦੋਵੇਂ ਮਾਮਲੇ ਨੇ ਜਿਸ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ। ਇਹ ਸਿਰਫ ਸੈਣੀ ਜਾਂ ਮੁਲਤਾਨੀ ਤੱਕ ਹੀ ਸੀਮਿਤ ਹੈ ਕੇਸ, ਜਾਂ ਇਸ ਨੂੰ ਬਹੁਤ ਵੱਡੀ ਪਿਕਚਰ ਦੇ ਤੌਰ ਦੇ ਉੱਤੇ ਦੇਖਿਆ ਜਾਵੇ। ਇਹ ਤਸਵੀਰ ਜਿਸ ਦੇ ਵਿੱਚ 2022 ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੂਰਾ ਟਾਰਗੇਟ 2022 ਦੀਆਂ ਵਿਧਾਨ ਸਭਾ ਚੋਣਾਂ ਤਾਂ ਨਹੀਂ, ਜਿਸ ਤਰੀਕੇ ਨਾਲ ਸੈਣੀ ਪਿਛਲੇ 2-4-5 ਮਹੀਨਿਆਂ ਦੇ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਮ ਪੰਜਾਬ ਦੀ ਸਿਆਸਤ 'ਚ ਗੂੰਜ ਰਿਹਾ। ਇੱਕ ਤੋਂ ਬਾਅਦ ਇੱਕ ਝਟਕੇ, 302 ਦੀ ਧਾਰਾ ਜੁੜਨਾ, ਉਸ ਤੋਂ ਬਾਅਦ ਹਾਈ ਕੋਰਟ ਤੱਕ ਪੂਰਾ ਮਾਮਲਾ ਪਹੁੰਚਣਾ। ਲਾਜ਼ਮੀ ਤੌਰ ਤੇ ਪੂਰਾ ਸਬ ਜੁਡੀਸ਼ੀਅਰ ਹੈ ਪੂਰਾ ਮਾਮਲਾ, ਉਸ ਦੇ ਉੱਤੇ ਕੋਈ ਟਿੱਪਣੀ ਨਹੀਂ, ਪਰ ਕਿ ਵਾਕਈ ਉੱਥੇ ਤੱਕ ਸੀਮਿਤ ਹੈ ਜਾਂ ਇਸ ਨੂੰ ਕਿਸੇ ਹੋਰ ਐਂਗਲ ਤੋਂ ਵੀ ਦੇਖਣ ਦੀ ਜ਼ਰੂਰਤ ਹੈ। ਅਸੀਂ ਗੱਲਬਾਤ ਕਰਾਂਗੇ, ਮਹਿਮਾਨ ਸਾਡੇ ਨਾਲ ਜੁੜਨਗੇ, ਪਰ ਇਸ ਤੋਂ ਚਾਲੇ ਜੋ ਅਸੀਂ ਰੋਜ਼ਾਨਾ ਆਪਣੇ ਦਰਸ਼ਕਾਂ ਨੂੰ ਜਿਵੇਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਅੱਜ ਵੀ ਤੁਹਾਡੇ ਲਈ ਇੱਕ ਸਵਾਲ, ਸਾਡੇ ਦਰਸ਼ਕਾਂ ਦੇ ਲਈ ਇੱਕ ਸਵਾਲ, ਜਿਸ ਦੇ ਉੱਤੇ ਤੁਸੀਂ ਆਪਣੀ ਰਾਏ ਸਾਨੂੰ ਭੇਜ ਸਕਦੇ ਹੋ ਹਾਂ ਜਾਂ ਨਾ ਦੇ ਵਿੱਚ। ਸਵਾਲ ਤੁਹਾਡੀ ਟੀਵੀ ਸਕਰੀਨ ਤੇ, ਕਿ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ? ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ 2022 ਦੀਆਂ ਚੋਣਾਂ 'ਚ, ਤਾਂ ਤੁਸੀਂ ਆਪਣੀ ਰਾਏ ਹਾਂ ਦੇ ਲਈ ਤੁਹਾਨੂੰ ਟਾਈਪ ਕਰਨਾ ਹੋਏਗਾ ਆਪਣੇ ਫੋਨ ਦੇ ਮੈਸੇਜ ਬਾਕਸ ਦੇ ਵਿੱਚ ਜਾ ਕੇ News18 ਸਪੇਸ ਦੇ ਕੇ PHH ਸਪੇਸ ਦੇ ਕੇ News18 PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਇਹ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜਣਾ ਤੁਸੀਂ 56677 ਦੇ ਉੱਤੇ, ਤੇ ਅਸੀਂ ਤੁਹਾਡੀ ਰਾਏ ਇਸ ਬੁਲੇਟਿਨ ਦੇ ਆਖਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਕਿ ਪੰਜਾਬ ਦੀ ਜਨਤਾ, ਪੰਜਾਬ ਦੇ ਲੋਕ, News18 ਦੇ ਦਰਸ਼ਕ ਇਸ ਪੂਰੇ ਮਾਮਲੇ ਦੇ ਉੱਤੇ ਕੀ ਰਾਏ ਰੱਖਦੇ ਨੇ, ਕੀ ਉਹਨਾਂ ਦਾ ਕਹਿਣਾ ਹੈ। ਤਾਂ ਕੁਝ ਸਵਾਲ ਵੀ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਪੂਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਸਾਡੇ ਨਾਲ ਮਹਿਮਾਨ ਕੁਝ ਜੁੜ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਹੋਏਗੀ, ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਹੋਏਗੀ। ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਸੁਰਜੀਤ ਸਿੰਘ ਸਵੈਜ ਜੀ, ਸੀਨੀਅਰ ਵਕੀਲ ਨੇ ਤੇ ਕਾਂਗਰਸ ਨੂੰ ਰਿਪਰੈਜ਼ੈਂਟ ਸਾਡੀ ਅੱਜ ਦੀ ਇਸ ਪੂਰੀ ਚਰਚਾ ਦੇ ਵਿੱਚ ਕਰਨਗੇ। ਸਵੈਜ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਤੁਹਾਡੇ ਤੋਂ ਇਸ ਪੂਰੇ ਮਾਮਲੇ 'ਚ ਕਰਨ ਜਾ ਰਿਹਾ ਹਾਂ। ਇਸ ਨੂੰ ਅਸੀਂ ਸਿਆਸੀ ਐਂਗਲ ਤੋਂ ਇਸ ਦੀ ਘੋਖ ਕਰਨ ਦੀ ਕੋਸ਼ਿਸ਼ ਕਰੀਏ, ਪਰ ਉਸ ਤੋਂ ਪਹਿਲਾਂ ਜਿਹੜਾ ਸਵਾਲ ਬਹੁਤ ਸਿੱਧਾ ਹੈ, ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਨੇ, ਕਾਂਗਰਸ ਪਾਰਟੀ ਨੂੰ ਪੁੱਛ ਰਹੇ ਨੇ, ਕਿੱਥੇ ਹੈ ਸੁਮੇਧ ਸੈਣੀ? ਕਿਉਂ ਨਹੀਂ ਗ੍ਰਿਫਤਾਰ ਹੋਇਆ ਹੁਣ ਤੱਕ ਸੁਮੇਧ ਸੈਣੀ? ਸਵੈਜ ਸਾਹਿਬ। ਗੌਰਵ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਅੱਜ ਤੇ ਜੋ ਸੈਣੀ ਦਾ ਜਿਸ ਸਟੇਜ ਤੇ ਕੇਸ ਪਹੁੰਚਿਆ ਹੈ, ਜੋ ਕਾਨੂੰਨ ਦੀ ਇੱਕ ਲੰਬੀ ਜਿਵੇਂ ਬਾਂਹ ਕਹਿੰਦੇ ਉਹਨੇ ਲੌਂਗ ਆਰਮ ਆਫ ਲਾਅ ਉਹਦੇ ਗਰਦਨ ਤੱਕ ਪਹੁੰਚੀ ਹੈਗੀ ਹੈ, ਇਹ ਕਾਂਗਰਸ ਸਰਕਾਰ ਵੇਲੇ ਹੀ ਹੋਇਆ ਹੈਗਾ। ਤੇ ਐਡਾ ਜਿਹੜਾ ਜ਼ੁਰਮ ਕੀਤਾ ਉਹਨਾਂ ਨੇ ਮੁਲਤਾਨੀ ਸਾਹਿਬ ਨਾਲ, ਤੇ ਉਹਨਾਂ ਦਾ ਪਰਿਵਾਰ ਜਿਹੜਾ ਇਹ ਸੰਤਾਪ ਇੰਨੇ ਲੰਬੇ ਸਮੇਂ ਤੋਂ ਭੋਗ ਰਿਹਾ ਹੈ, ਤੇ ਹੁਣ ਇੱਕ ਇਨਸਾਫ ਦੀ ਉਮੀਦ ਜਾਗੀ ਹੈਗੀ ਹੈ। ਤੇ ਇਹਦੇ ਵਾਸਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਸਾਡੀ ਸਰਕਾਰ ਜਿਹੜੀ ਹੈਗੀ ਹੈ ਉਹਨੇ ਸਪੈਸ਼ਲ ਐਫਰਟਸ ਕਰਕੇ ਅਸੀਂ ਸਪੈਸ਼ਲ ਪ੍ਰੋਸੀਕਿਊਟਰ ਜਿਹੜਾ ਪਬਲਿਕ ਪ੍ਰੋਸੀਕਿਊਟਰ ਨੂੰ ਲਾਇਆ ਇੱਥੇ ਇਸ ਕੇਸ ਵਾਸਤੇ। 2 ਵਕੀਲ ਅਸੀਂ ਸੀਨੀਅਰ ਵਕੀਲ ਸੁਪਰੀਮ ਕੋਰਟ ਤੋਂ ਲਿਆ ਕੇ ਆ ਕੇ ਜਿਹੜੇ ਹੈਗੇ ਨੇ ਉਹਨਾਂ ਨੇ ਬਹਿਸ ਕੀਤੀ ਹੈ, ਤੇ ਇੰਨੇ ਮਤਲਬ ਜ਼ੋਰਦਾਰ ਢੰਗ ਨਾਲ ਜਿਹੜੇ ਪੱਖ ਆਪਦਾ ਅਸੀਂ ਮਾਨਯੋਗ ਕੋਰਟ ਅੱਗੇ ਰੱਖਿਆ, ਤੇ ਸਾਡੇ ਪੱਖ ਨੂੰ ਸੁਣ ਕੇ ਸਾਰੇ ਨੂੰ ਮਾਨਯੋਗ ਹਾਈ ਕੋਰਟ ਨੇ ਉਹਨਾਂ ਦੀਆਂ ਦੋਨੋਂ ਜਿਹੜੀਆਂ ਪਟੀਸ਼ਨ ਸੀਗੀਆਂ ਅਗਾਊਂ ਜ਼ਬਾਨ ਦੀ ਤੇ ਜਿਹੜੀ ਦੂਜੀ ਪਟੀਸ਼ਨ ਸੀ ਕੇਸ ਦੀ ਜਿਹੜੀ ਤਫਤੀਸ਼ ਚੇਂਜ ਕਰਨ ਦੀ ਹੈਗੀ ਆ, ਉਹ ਖਾਰਜ ਕੀਤੀਆਂ ਨੇ। ਦੂਜੀ ਗੱਲ ਜਿਹੜੀ ਤੁਸੀਂ ਅਰੈਸਟ ਦੀ ਕਰ ਰਹੇ ਹੋ, ਕਿੰਨਾ ਕੁ ਚਿਰ ਭੱਜ ਲੇਗਾ, ਕਿੱਥੇ ਭੱਜ ਲੇਗਾ, ਕਿੱਥੇ ਭੱਜ ਲੇਗਾ? ਇਹ ਤਾਂ ਚੰਦ ਘੜੀਆਂ ਦੀ ਗੱਲ ਹੈਗੀ ਆ ਉਹਨੂੰ ਅਰੈਸਟ ਕਰਨ ਦੀ, ਤੇ ਅਰੈਸਟ ਨੂੰ ਅਜੇ ਹੈਗਾ ਬੜੀ ਜਲਦੀ ਹੋ ਜਾਏਗੀ ਅਰੈਸਟ ਉਹਦੀ। ਤੇ ਅੱਜ ਅਗਰ ਸੈਣੀ ਨੂੰ ਜਿਹੜਾ ਡਰ ਹੈਗਾ ਉਹ ਪੰਜਾਬ ਜਿਹੜਾ ਸਰਕਾਰ ਦਾ, ਪੰਜਾਬ ਪੁਲਿਸ ਤੋਂ, ਜਿਸ ਮਹਿਕਮੇ ਦਾ ਦੇਖੋ ਸਮਾਂ ਕਿਵੇਂ ਬਦਲਦਾ ਹੈ, ਅੱਜ ਸਾਰਾ ਜਿਹੜਾ ਮਾਹੌਲ ਹੈਗਾ, ਸਾਰੀਆਂ ਹਵਾਵਾਂ ਸੈਣੀ ਦੇ ਉਲਟ ਚੱਲ ਰਹੀਆਂ ਨੇ। ਉਹਦੇ ਜ਼ੁਲਮਾਂ ਦਾ ਜੋ ਘੜਾ ਭਰ ਗਿਆ ਸੀ, ਏਡੀ ਵੱਡੀ ਪੰਡ ਲੈ ਕੇ ਤੁਰ ਰਿਹਾ ਸੀਗਾ, ਅੱਜ ਉਸ ਜਿਹੜੀ ਹੈਗੀ ਹੈ ਉਹਦਾ ਭਾਂਡਾ ਫੁੱਟਿਆ ਹੈਗਾ, ਤੇ ਉਹਨੂੰ ਇਨਸਾਫ ਜਿਹੜਾ ਹੈਗਾ, ਲੋਕਾਂ ਨੂੰ ਇਨਸਾਫ ਜਿਹੜਾ ਮਿਲਣਾ। ਮੈਂ ਅਗਲੇ ਸਵਾਲ ਤੇ ਜਾਵਾਂ, ਕਾਨੂੰਨ ਦੀ ਸਜ਼ਾ ਹੈਗੀ ਹੈ। ਮੈਂ ਸਵੈਜ ਸਾਹਿਬ ਅਗਲੇ ਸਵਾਲ ਤੇ ਜਾਵਾਂ। ਪੰਜਾਬ ਦੇ ਲੋਕ ਇੱਕ ਸਵਾਲ ਪੁੱਛਣੇ ਨੇ ਤੁਹਾਨੂੰ ਕਿ ਇਹ ਇੱਕ ਵੱਡੇ ਅਹੁਦੇ ਤੋਂ ਰਿਟਾਇਰ ਹੋਇਆ ਇੱਕ ਸ਼ਖਸ ਹੈ, ਇਸ ਕਰਕੇ ਗ੍ਰਿਫਤਾਰੀ 'ਚ ਦੇਰ ਹੋ ਰਹੀ ਹੈ ਕਿ ਕੋਈ ਆਮ ਸ਼ਖਸ ਪੰਜਾਬ ਦਾ ਹੁੰਦਾ? ਕਿਉਂਕਿ ਕਾਨੂੰਨ ਦੇ ਸਾਹਮਣੇ, ਸੰਵਿਧਾਨ ਦੇ ਸਾਹਮਣੇ ਤਾਂ ਸਾਰੇ ਇੱਕੋ ਜਿਹੇ ਨੇ, ਕੋਈ IPS ਹੋਵੇ, ਕੋਈ IAS ਹੋਵੇ, ਰਿਟਾਇਰ ਹੋਵੇ, ਮੌਜੂਦਾ ਹੋਵੇ, ਕੋਈ ਸਰਕਾਰ ਦਾ ਮੰਤਰੀ ਹੋਵੇ, ਕੋਈ ਆਮ ਸ਼ਖਸ ਹੋਵੇ, ਸਭ ਇੱਕੋ ਬਰਾਬਰ ਹੁੰਦੇ ਨੇ। ਲੋਕ ਪੁੱਛ ਰਹੇ ਨੇ ਕਿ ਜੇਕਰ ਕਿਸੇ ਆਮ ਸ਼ਖਸ ਦੇ ਉੱਤੇ 302 ਲੱਗੀ ਹੁੰਦੀ ਤਾਂ ਇਸ ਤਰੀਕੇ ਨਾਲ ਹੀ ਇਹ ਕੰਮ ਹੋ ਰਿਹਾ ਹੁੰਦਾ? ਇਸ ਤਰੀਕੇ ਨਾਲ ਹੀ ਗ੍ਰਿਫਤਾਰੀ ਨੂੰ ਤੁਸੀਂ ਕਹਿੰਦੇ ਕਿੱਥੇ ਤੱਕ ਭੱਜ ਲੇਗਾ, ਕੌਣ ਕਿੱਥੇ ਤੱਕ ਬਚ ਲੇਗਾ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ
ਕਿ ਜੋ ਸੈਣੀ ਆਪਦੇ ਆਪ ਨੂੰ ਬਹੁਤ ਵੱਡਾ ਬਹਾਦਰ ਸਮਝਦਾ ਸੀਗਾ, ਉਹ ਸਭ ਤੋਂ ਵੱਡਾ ਕਾਇਰ ਨਿਕਲਿਆ। ਅਗਰ ਉਹਦੇ ਵਿੱਚ ਥੋੜੀ ਬਹੁਤੀ ਵੀ ਅਣਖ ਹੁੰਦੀ ਜਾਂ ਆਪਣੀ ਜਿਹੜੀ ਸੈਲਫ ਰਿਸਪੈਕਟ ਹੁੰਦੀ, ਤਾਂ ਬੀਇੰਗ ਇੱਕ ਪੰਜਾਬ ਪੁਲਿਸ ਦਾ ਜਿਹੜਾ ਮੁਖੀ ਹੋਣ ਦੇ ਨਾਤੇ, ਜਿਹੜੀ ਪੁਲਿਸ ਨੂੰ ਨੇ ਇੰਨੀ ਦੇਰ ਤੱਕ ਜਿਹੜਾ ਹੈਗਾ ਉਹਨੂੰ ਲੀਡ ਕੀਤਾ, ਅਗਵਾਈ ਕੀਤੀ, ਐਜ਼ ਏ DGP ਅਗਵਾਈ ਕੀਤੀ, ਉਹਦਾ ਪਹਿਲਾ ਫਰਜ਼ ਬਣਦਾ ਸੀਗਾ ਬਤੌਰ ਇਨਸਾਨ ਤੇ ਬਤੌਰ ਇੱਕ ਜਿੰਦਾ ਦਿਲ ਇਨਸਾਨ ਜਾਂ ਬਤੌਰ ਜਿਹੜਾ ਇੱਕ ਮਜ਼ਬੂਤ ਇਨਸਾਨ ਹੁੰਦਾ, ਬਹਾਦਰ ਇਨਸਾਨ ਹੋਣ ਦੇ ਨਾਤੇ ਉਹਦਾ ਪਹਿਲਾ ਫਰਜ਼ ਬਣਦਾ ਸੀਗਾ ਕਿ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਦਾ। ਜਿਸ ਕਿਸਮ ਨਾਲ ਉਹ ਡਰ ਕੇ ਕਿਸੇ ਖੁੱਡਾਂ 'ਚ ਵੜਨਾ ਚਾਹੁੰਦਾ ਹੈ, ਬਚਣਾ ਚਾਹੁੰਦਾ ਹੈ, ਇਹਦੀ ਇਸ ਤੋਂ ਵੱਡੀ ਕਾਇਰਤਾ ਵਾਲਾ ਇਨਸਾਨ ਮੈਂ ਨਹੀਂ ਕਦੇ ਦੇਖਿਆ ਹੋਣਾ, ਨਾ ਪੰਜਾਬ ਦੇ ਲੋਕਾਂ ਨੇ ਕਦੇ ਦੇਖਿਆ ਹੋਣਾ। ਸੋ ਦੂਜੀ ਗੱਲ ਹੈਗੀ ਹੈ, ਪੰਜਾਬ ਪੁਲਿਸ ਐਫਰਟਸ ਕਿੰਨੇ ਕਰ ਰਹੀ ਹੈ। ਦੇਖੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਕਾਨੂੰਨ ਸਭ ਦੇ ਵਾਸਤੇ ਬਰਾਬਰ, ਮੈਂ ਕਹਿੰਦਾ ਬਰਾਬਰ ਹੈਗਾ। ਉਹਨੂੰ ਫੜਨਾ ਜਿਹੜਾ ਹੈਗਾ, ਮੈਂ ਫਿਰ ਕਹਿੰਦਾ ਕਿ ਚੰਦ ਘੜੀਆਂ ਦਾ ਇਹ ਸਿਰਫ ਹੈਗਾ ਜਿਹੜਾ ਇਹ ਮੈਟਰ ਹੈਗਾ ਜੀ। ਅੱਜ ਖਾਰਜ ਹੋਈ ਹੈ, ਤੁਸੀਂ ਦੇਖੋਗੇ ਕਿੱਥੇ ਕਿੱਥੇ ਉਹਨੂੰ ਕਿਵੇਂ ਅਸੀਂ ਉਹਨੂੰ ਕੱਢਦੇ ਹਾਂ, ਜਿੱਥੇ ਵੀ ਫਸਿਆ ਹੋਇਆ ਹੈਗਾ, ਜਿੱਥੇ ਵੀ ਉਹ ਲੁਕਿਆ ਹੋਇਆ ਹੈਗਾ, ਅਸੀਂ ਉਹਨੂੰ ਬਾਹਰ ਕੱਢ ਲਾਂਗੇ, ਬੁੱਲੀ ਤਰ੍ਹਾਂ ਖਿੱਚ ਲਾਂਗੇ ਜੀ। ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਖਿੱਚ ਲਾਂਗੇ। ਬਿਲਕੁਲ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਜੀ ਵੀ ਜੁੜ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਥੋੜੀ ਦੇਰ ਦੇ ਵਿੱਚ ਸਾਡੇ ਨਾਲ ਰੰਜਨ ਲਖਨਪਾਲ ਜੀ ਵੀ ਜੁੜਨਗੇ, ਸੀਨੀਅਰ ਐਡਵੋਕੇਟ ਨੇ, ਇਸ ਪੂਰੇ ਮਾਮਲੇ 'ਚ ਕਾਨੂੰਨੀ ਮਾਹਰ ਨੇ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਾਨੂੰਨੀ ਪੱਖ ਕੀ ਹੈ। ਵਲਟੋਹਾ ਸਾਹਿਬ, ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ। ਤੁਹਾਨੂੰ ਪਹਿਲਾ ਸਵਾਲ, ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਅਕਾਲੀ ਦਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਇਲਜ਼ਾਮ ਲਗਾਉਂਦੇ ਨੇ ਸੈਣੀ ਨੂੰ ਬਚਾਉਣ ਦੇ। ਇਸ ਪੂਰੇ ਮਾਮਲੇ 'ਚ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ, ਹਰ ਕੋਈ ਸਵਾਲ ਪੁੱਛ ਰਿਹਾ ਸੈਣੀ ਕਿੱਥੇ ਹੈ, ਕਦੋਂ ਗ੍ਰਿਫਤਾਰ ਹੋਏਗਾ, ਪਰ ਅਕਾਲੀ ਦਲ ਤੇ ਇਲਜ਼ਾਮ ਸੈਣੀ ਨੂੰ ਬਚਾਉਣ ਦੇ ਲੱਗਦੇ ਨੇ। ਦੇਖੋ ਗੌਰਵ ਜੀ, ਬੇਨਤੀ ਇਹ ਹੈ ਵੀ ਸੈਣੀ ਦੇ ਨਾਲ ਸਾਂਝ ਪਾ ਕੇ ਉਹਨੂੰ DGP ਲਾ ਕੇ, ਚਾਹੇ ਉਹ ਸਾਡੀ ਗਲਤੀ ਸੀ ਅਸੀਂ ਸਵੀਕਾਰ ਕਰਦੇ ਹਾਂ, ਤੇ ਜੋ ਭੋਗ ਅਸੀਂ ਭੁਗਤਿਆ ਹੈ, ਜੋ ਖਮਿਆਜਾ ਅਸੀਂ ਭੁਗਤਿਆ ਹੈ, ਤੇ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਕਿ ਸੈਣੀ ਵਰਗੇ ਗੰਦੇ ਬੰਦੇ ਦੇ ਨਾਲ ਭੌਂ ਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਿਸੇ ਤਰ੍ਹਾਂ ਦੀ ਸਾਂਝ ਵੀ ਪੈ ਸਕਦੀ। ਔਰ ਸੈਣੀ ਸਿੱਖ ਵਿਰੋਧੀ ਸੀ, ਪਰ ਹਾਲਾਤ ਬਦਲ ਗਏ। 2002 ਦੀ ਸਰਕਾਰ ਤੋਂ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਤੇ ਸੈਣੀ ਸਮੇਤ ਸਿੰਘ ਘਿਓ ਖਿਚੜੀ ਸੀ। ਸਰਕਾਰ ਦੇ ਦਰਮਿਆਨ ਹੋਏ ਆ 2002 ਤੋਂ ਲੈ ਕੇ ਜਿਹੜੀ 7 ਤੱਕ ਚੱਲੀ ਸੀਗੀ, ਇਹਦੇ ਦਰਮਿਆਨ ਇਹਨਾਂ ਦੇ ਕੋਈ ਮਤਭੇਦ ਪੈਦਾ ਹੋ ਗਏ, ਇੱਕ ਦੂਜੇ ਦੇ ਵਿਰੋਧ 'ਚ ਆ ਗਏ, ਤੇ ਸੈਣੀ ਨੇ ਜਿਹੜੀਆਂ ਨਜ਼ਦੀਕੀਆਂ ਨੇ ਆਪਣੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਵਧਾ ਲਈਆਂ, ਔਰ ਉਹਦਾ ਹੀ ਫਾਇਦਾ ਉਠਾਉਂਦੇ ਹੋਇਆਂ ਇਹ ਫਾਇਦਾ ਲੈ ਗਿਆ, DGP ਲੱਗ ਗਿਆ। ਪਰ ਜੋ ਸਾਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਉਹਦੀਆਂ ਕਰਤੂਤਾਂ ਦਾ, ਤੇ ਕਦੀ ਅਸੀਂ ਸੁਪਨੇ 'ਚ ਨਹੀਂ ਸੋਚ ਸਕਦੇ। ਔਰ ਅਸੀਂ ਚਾਹੁੰਦੇ ਹਾਂ ਕਿ ਸੈਣੀ ਜਿਹੜਾ ਆ ਤੁਰਤ ਗ੍ਰਿਫਤਾਰ ਕੀਤਾ ਜਾਵੇ, ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਪਰ ਸਾਨੂੰ ਪਤਾ ਆ ਕਿ ਜਿਹੜੀ ਮੌਜੂਦਾ ਸਰਕਾਰ ਆ, ਇਹ ਉਹਨੂੰ ਹੁਣ ਬਚਾਉਣਾ ਚਾਹੁੰਦੀ ਹੈ। ਬਚਾਉਣਾ ਚਾਹੁੰਦੀ ਹੈ, ਕਿਉਂ ਬਚਾਉਣਾ ਚਾਹੁੰਦੀ ਹੈ, ਇਹਦੇ ਪਿੱਛੇ ਕੀ ਕਾਰਨ ਨੇ, ਇਹ ਜਾਣਦੇ ਆ। ਇਹ ਮੈਂ ਨਹੀਂ ਕਹਿੰਦਾ, ਇਹ ਜਿਹੜੇ ਬਲਵੰਤ ਸਿੰਘ ਮੁਲਤਾਨੀ ਪਰਿਵਾਰ ਦੇ ਵਕੀਲ ਨੇ, ਪ੍ਰਦੀਪ ਵਿਰਕ, ਜਿਹੜੇ ਪ੍ਰਦੀਪ ਸਿੰਘ ਵਿਰਕ ਨੇ, ਜਿਨ੍ਹਾਂ ਨੇ ਬੜੀ ਹਿੰਮਤ ਦੇ ਨਾਲ, ਦਲੇਰੀ ਦੇ ਨਾਲ ਕੇਸ ਨੂੰ ਲੜਿਆ ਆ, ਤੇ ਸਮੇਤ ਸੈਣੀ ਨੂੰ ਇਸ ਅੰਜਾਮ ਤੱਕ ਪਹੁੰਚਾਇਆ ਕਿ 302 ਦੇ ਮਾਮਲਾ ਦਰਜ ਕਰਵਾਇਆ ਉਹਦੇ ਉੱਤੇ। ਔਰ ਚਾਹੇ ਸੈਸ਼ਨ ਕੋਰਟ ਹੈ, ਚਾਹੇ ਹਾਈ ਕੋਰਟ ਹੈ, ਮੂਹਰੇ ਹੋ ਕੇ ਉਹਨਾਂ ਨੇ ਆਰਗੂਮੈਂਟ ਕੀਤਾ ਆ। ਔਰ ਉਹ ਕਹਿ ਰਹੇ ਹੈ ਕਿ ਮੈਨੂੰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਤ ਸਿੰਘ ਸੈਣੀ ਨੂੰ ਬਚਾ ਰਹੀ ਹੈ, ਕਿਉਂਕਿ ਜੈਡ ਸਿਕਿਉਰਿਟੀ ਹੁੰਦਿਆਂ ਹੋਇਆ ਤੇ ਸਰਕਾਰ ਨੂੰ ਪਤਾ ਹੋਵੇ ਕਿ ਬੰਦੇ ਦੇ ਵਿਰੁੱਧ ਪੰਜਾ ਕੱਸਿਆ ਜਾ ਰਿਹਾ, ਕਾਨੂੰਨੀ ਤੌਰ ਤੇ ਇਹ ਬੰਦਾ ਸਾਨੂੰ ਲੁੜੀਂਦਾ ਆ, ਤੇ ਬੰਦਾ ਘਰ ਦੇ ਵਿੱਚੋਂ escape ਕਰ ਜਾਵੇ, ਘਰ ਚੋਂ ਭੱਜ ਜਾਵੇ, ਇਹਦਾ ਮਤਲਬ ਕਮਜ਼ੋਰੀ ਕਿਹਦੀ ਹੈ? ਸਰਕਾਰ ਦੀ ਕਮਜ਼ੋਰੀ ਹੈ। ਠੀਕ ਹੈ ਬਲਟੋਹਾ ਸਾਹਿਬ, ਮੈਂ ਇਸੇ ਦੇ ਉੱਤੇ ਰਿਐਕਸ਼ਨ ਲਵਾਂ, ਮੈਂ ਇਸੇ ਦੇ ਉੱਤੇ ਛੋਟੇ ਰੱਖੀ ਆਪਾਂ ਰਿਐਕਸ਼ਨ ਸਰ, ਤੁਸੀਂ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਨਲ ਸਵੈਚ ਸਾਹਿਬ ਲਗਾਤਾਰ ਨੇ, ਸਵੈਚ ਸਾਹਿਬ ਤੁਹਾਡੇ ਉੱਤੇ ਇਲਜ਼ਾਮ ਨੇ ਕਿ ਦੋਸਤਾਂ ਸਿਕਿਉਰਿਟੀ ਸੀ ਸੁਮੇਧ ਸੈਣੀ ਦੇ ਕੋਲ, ਫਿਰ ਕਿੱਥੇ ਚਲਾ ਗਿਆ ਸੁਮੇਧ ਸੈਣੀ? ਦੂਜਾ ਸਵਾਲ ਇਹ ਵੀ ਹੈ ਸਵੈਚ ਸਾਹਿਬ, ਜੋ ਤੁਸੀਂ ਜ਼ਿਕਰ ਕਰ ਦਿੱਤਾ ਕਿ ਅਸੀਂ ਪੱਖ ਰੱਖਿਆ ਅਦਾਲਤ ਦੇ ਵਿੱਚ ਜਾ ਕੇ, ਤੁਸੀਂ ਪੂਰਾ ਕ੍ਰੈਡਿਟ ਲੈ ਰਹੇ ਹੋ ਅੱਜ ਕਿ ਅਸੀਂ ਪੱਖ ਰੱਖਿਆ, ਉਸ ਤੋਂ ਬਾਅਦ ਅੰਜਾਮ ਤੱਕ ਪਹੁੰਚ ਰਿਹਾ ਹੈ। ਪਰ 2002 ਤੋਂ 2007 ਤੱਕ ਅਕਾਲੀ ਦਲ ਇਲਜ਼ਾਮ ਲਗਾਉਂਦਾ ਕਿ ਉਸ ਸਮੇਂ ਘਿਓ ਖਿਚੜੀ ਸੀ ਸੈਣੀ ਤੇ ਕਾਂਗਰਸ, ਸੱਤਾ 'ਚ ਸੀ ਤੁਸੀਂ ਉਸ ਸਮੇਂ, ਤਾਂ ਉਸ ਸਮੇਂ ਕਾਰਵਾਈ ਨਹੀਂ ਕੀਤੀ ਜਾਂ ਪੱਖ ਨਹੀਂ ਤੁਸੀਂ ਰੱਖਿਆ, ਕਿਉਂਕਿ ਮਾਮਲਾ ਤਾਂ 1991 ਦਾ ਹੈ। ਨਹੀਂ ਜੀ ਨਹੀਂ, ਅਗਰ ਤੁਸੀਂ ਸਾਰੀ ਕਹਾਣੀ ਤੇ ਫੈਕਟਸ ਤੱਥ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਪਹਿਲਾਂ ਸੁਪਰੀਮ ਕੋਰਟ ਨੇ
ਜਿਹੜੀ CBI ਦੀ FIR ਸੀ ਉਹ ਕੁਐਸ਼ ਕੀਤੀ ਹੈ, ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਨੇ ਉੱਥੇ ਪੁਰਜੋਰ ਸੁਪਰੀਮ ਕੋਰਟ ਦੇ ਵਿੱਚ ਸੈਣੀ ਦੀ ਮਦਦ ਕੀਤੀ ਹੈਗੀ ਹੈ। ਇਸ ਕਰਕੇ ਉਹ ਕੇਸ ਇਹਦਾ ਖਾਰਜ ਹੋਇਆ, ਇਹਨਾਂ ਦੇ ਖਿਲਾਫ ਜਿਹੜਾ ਕੇਸ ਸੀਗਾ। ਤੇ ਜਿੱਥੋਂ ਤੱਕ ਵਲਟੋਆ ਸਾਹਿਬ ਕਹਿੰਦੇ ਨੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ, ਬਲੰਡਰ ਕੀਤਾ ਸੈਣੀ ਨਾਲ ਸਾਂਝ ਪਾ ਕੇ। ਸੋ ਅੱਜ ਅਕਾਲੀ ਦਲ ਇਸ ਗੱਲ ਨੂੰ ਸਵੀਕਾਰ ਕਰ ਰਿਹਾ ਹੈ ਕਿ ਅਕਾਲੀ ਦਲ ਨੇ ਸੈਣੀ ਨਾਲ ਸਾਂਝ ਪਾਈ ਤੇ ਸੈਣੀ ਨੇ ਬਹਿਬਲ ਕਲਾਂ ਵਰਗੇ ਕਾਂਡ ਕੀਤੇ। ਤੇ ਉਹ ਦੇਖੋ ਹੁਣ ਆਟੋਮੈਟਿਕਲੀ ਆਪੇ ਹੀ ਅਕਾਲੀ ਦਲ ਸਾਰਾ ਘਟਨਾਕ੍ਰਮ ਨੂੰ ਮੰਨੀ ਜਾ ਰਿਹਾ ਹੈ ਕਿ ਬਹਿਬਲ ਕਲਾਂ ਦਾ ਕਾਂਡ ਇਹਨਾਂ ਦੀ ਗਲਤੀ, ਇਹਨਾਂ ਦਾ ਬਲੰਡਰ ਜਿਹੜਾ ਹੈਗਾ ਉਹ ਹੋਇਆ ਹੈ। ਚਲੋ ਠੀਕ ਹੈ, ਦੇਰ ਆਏ ਸਵੇਰ ਆਏ, ਘੱਟੋ ਘੱਟ ਮੰਨੇ ਤਾਂ ਹੈਗੇ ਨੇ। ਹੁਣ ਜੋ ਮੈਂ ਉਸ ਗੱਲ ਤੇ ਆਉਣਾ ਕਿ ਸਾਡੀ ਤੁਸੀਂ ਕਹਿੰਦੇ ਡਿਫੈਂਡ ਕਰਨ ਦੀ ਗੱਲ ਕਰ ਰਹੇ ਹੋ, ਅਸੀਂ ਬਿਲਕੁਲ ਡਿਫੈਂਡ ਕੀਤਾ। ਨਹੀਂ ਸਵਾਲ ਤੁਸੀਂ ਦੇਖੋਗੇ ਡਿਫੈਂਡ ਕਰਨ ਵਾਲੀ ਵੀ ਹੈਗੀ। ਦੂਜੇ ਪਾਸੇ ਸਵਾਲ ਤੁਹਾਡੇ ਤੋਂ ਇਹ ਵੀ ਹੈ ਕਿ ਸਿਕਿਉਰਿਟੀ ਸੀ ਉਹਨਾਂ ਦੇ ਕੋਲ। ਤੁਹਾਡੇ ਮੰਤਰੀ ਖੁਦ ਬੋਲਦੇ ਨੇ ਕਿ ਸਿਕਿਉਰਿਟੀ ਹੋਣ ਦੇ ਬਾਵਜੂਦ ਬੰਦਾ ਅੰਡਰਗਰਾਉਂਡ ਹੋ ਜਾਏ ਤਾਂ ਫਿਰ ਸਵਾਲ ਤਾਂ ਉੱਠਣਗੇ। ਤੁਹਾਡੇ ਮੰਤਰੀ ਦਾ ਬਿਆਨ ਆ ਗਿਆ ਇਸ ਦੇ ਉੱਤੇ। ਪਹਿਲੀ ਗੱਲ ਦਾ ਜਵਾਬ ਦਿੰਨਾ ਹੈ ਕਿ ਅਸੀਂ ਸੁਪਰੀਮ ਕੋਰਟ ਤੋਂ 2 ਵੱਡੇ ਸੀਨੀਅਰ ਵਕੀਲ ਲੈ ਕੇ ਆਏ, ਸਿਧਾਰਥ ਲੁਥਰਾ ਤੇ ਹਰੀ ਰਾਵਲ। ਸਾਰੇ ਜਾਣਦੇ ਨੇ ਕਿ ਉਹਨਾਂ ਦੀ ਕੰਪੀਟੈਂਸ ਬਾਰੇ। ਉਹਨਾਂ ਨੇ ਸਰਕਾਰ ਦਾ ਪੱਖ ਪੁਰਜੋਰ ਮਾਨਯੋਗ ਹਾਈ ਕੋਰਟ ਅੱਗੇ ਰੱਖਿਆ ਤੇ ਕਈ ਘੰਟੇ ਬਹਿਸ ਚੱਲਦੀ ਰਹੀ। ਇਹਨਾਂ ਨੇ ਪ੍ਰਦੀਪ ਵਿਰਕ ਜੀ ਦੀ ਗੱਲ ਕੀਤੀ ਹੈ। ਪ੍ਰਦੀਪ ਵਿਰਕ ਜੀ ਵੀ ਬਹੁਤ ਅੱਛੇ ਵਕੀਲ ਨੇ, ਬਹੁਤ ਜ਼ਿਆਦਾ ਮਿਹਨਤੀ ਨੇ। ਉਹਨਾਂ ਨੇ ਵੀ ਆਪ ਦੀ ਜਿਹੜੀ ਕੰਪਲੇਨੈਂਟ ਵੱਲੋਂ, ਸ਼ਿਕਾਇਤਕਰਤਾ ਵੱਲੋਂ, ਉਹਨਾਂ ਨੇ ਵੀ ਆਪ ਦਾ ਪੱਖ ਬਹੁਤ ਵਧੀਆ ਢੰਗ ਨਾਲ ਅਦਾਲਤ ਅੱਗੇ ਰੱਖਿਆ ਤੇ ਸਾਰਿਆਂ ਦੀ ਜਿਹੜੀ ਇਸ ਬਹਿਸ ਨੂੰ ਸੁਣ ਕੇ ਹੀ ਜਿਹੜਾ ਮਾਨਯੋਗ ਹਾਈ ਕੋਰਟ ਨੇ ਸੈਣੀ ਦੀ ਜਿਹੜੀ ਪਟੀਸ਼ਨਾਂ ਦੋਨੋਂ ਖਾਰਜ ਕੀਤੀਆਂ। ਸੋ ਉਹਨਾਂ ਨੂੰ ਵੀ ਉਨਾ ਹੀ ਕ੍ਰੈਡਿਟ ਜਾਂਦਾ ਹੈਗਾ। ਤੇ ਜਿਹੜੀ ਤੀਜੀ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਪੰਜਾਬ ਪੁਲਿਸ ਉਹਦੀ ਮਦਦ ਕਰ ਰਹੀ ਹੈ, ਨਹੀਂ, ਇਹ ਬਿਲਕੁਲ ਇਲਜ਼ਾਮ ਹੈਗਾ ਕਿਉਂਕਿ ਸੈਣੀ ਬਤੌਰ ਮੁਖੀ ਰਿਹਾ ਜੀ ਪੰਜਾਬ ਪੁਲਿਸ ਦਾ, ਉਹਨੂੰ ਉਹ ਸਾਰੀ ਸਿਕਿਉਰਿਟੀ ਛੱਡ ਕੇ ਰਾਤੋਂ ਰਾਤ ਜਿਹੜਾ ਹੈਗਾ ਉਹ ਗਾਇਬ ਹੋ ਗਿਆ, ਭੱਜ ਗਿਆ। ਉਹਨੂੰ ਕਿਤੇ ਨਾ ਕਿਤੇ ਲੂਪ ਹੋਲ ਦਾ ਉਹਨੇ ਬੈਨੀਫਿਟ ਲਿਆ ਹੈ। ਸਭ ਲੋਕਾਂ ਨੂੰ ਦੱਸ ਦਿਓ ਕਿ ਕੀ ਹੱਥ ਲੱਗਿਆ, ਛੱਡ ਕੇ ਲੋਕਾਂ ਨੂੰ ਨਹੀਂ ਇਹ ਨਹੀਂ ਪਤਾ ਲੱਗਿਆ ਕਿਤੇ ਛਾਪੇਮਾਰੀ ਹੋਈ ਹੈ। 302 ਲੱਗਣ ਤੋਂ ਬਾਅਦ ਛਾਪੇਮਾਰੀ ਹੋਈ ਸੀ, ਲੋਕਾਂ ਨੂੰ ਨਹੀਂ ਪਤਾ ਲੱਗ ਰਿਹਾ। ਲੋਕ ਸਵਾਲ ਪੁੱਛ ਰਹੇ ਨਹੀਂ, ਲੋਕ ਸਵਾਲ ਪੁੱਛ ਰਹੇ ਤੁਹਾਨੂੰ। ਦੇਖੋ ਜਿਹੜੇ ਛਾਪੇ ਮਾਰਨ ਦੀ ਗੱਲ ਹੁੰਦੀ ਹੈ ਜੀ, ਇਹ ਗੱਲ ਪਬਲਿਕਲੀ ਤਾਂ ਨਹੀਂ ਕੀਤੀ ਜਾ ਸਕਦੀ ਤੇ ਸਾਰੀ ਜਿਹੜੀ ਹੈਗੀ, ਮੈਂ ਵੀ ਜੇ ਕਹਾਂ ਕਿ ਪੂਰੀ ਇਨਫੋਰਮੇਸ਼ਨ ਇਸ ਬਾਰੇ ਮੈਂ ਨਹੀਂ ਦੇ ਸਕਦਾ, ਨਾ ਮੇਰੇ ਕੋਲ ਪੂਰੀ ਇਨਫੋਰਮੇਸ਼ਨ ਕਿੱਥੇ ਛਾਪੇ ਹੋਏ ਹੈ ਇਹ ਮੇਰੇ ਕੋਲ ਹੈ, ਕਿਉਂਕਿ ਇਹ ਸਾਰੀ ਪੁਲਿਸ ਦੀ ਜਿਹੜੀ ਹੈਗੀ ਹੈ ਸੀਕ੍ਰੇਟ ਗੱਲਾਂ ਹੁੰਦੀਆਂ ਨੇ ਜੀ, ਕੌਨਫੀਡੈਂਸ਼ੀਅਲ ਹੁੰਦੀਆਂ ਨੇ, ਤਾਂ ਕਿ ਕਿਤੇ ਕੱਲ ਨੂੰ ਮੁਲਜ਼ਮ ਜਿਹੜਾ ਹੈਗਾ ਉਹ ਨਾ ਜਿਵੇਂ ਬੰਬੇ ਅਟੈਕ ਹੋਇਆ ਸੀ, ਉੱਥੇ TV ਤੇ ਸਾਰੀਆਂ ਗੱਲਾਂ ਹੋ ਰਹੀਆਂ ਸੀਗੀਆਂ, ਕਿਵੇਂ ਕਿੱਥੋਂ ਅਸੀਂ ਉਹਨਾਂ ਨੂੰ ਫੜਨ ਜਾ ਰਹੇ ਅਤਵਾਦੀਆਂ ਨੂੰ ਤੇ ਅਤਵਾਦੀ ਲੋਕਾਂ ਨੂੰ ਮਾਰੀ ਜਾ ਰਹੇ ਸੀ। ਸਾਡੀ TV ਦੀਆਂ ਜਿਹੜੀਆਂ ਗ੍ਰੈਬਸ ਦੇਖ ਕੇ ਉਲਟਾ ਨੁਕਸਾਨ ਹੋ ਗਿਆ ਸੀਗਾ। ਸੋ ਸਾਰੀਆਂ ਗੱਲਾਂ ਆਪਾਂ TV ਤੇ ਬਹਿ ਕੇ ਨਹੀਂ ਕਰ ਸਕਦੇ ਹੈਗੇ, ਲੇਕਿਨ ਇਹ ਗੱਲ ਇਲਜ਼ਾਮ ਲਾਉਣਾ ਗਲਤ ਹੈਗਾ। ਠੀਕ ਹੈ, ਮੈਂ ਵਲਟੋਆ ਸਾਹਿਬ ਦਾ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਬ੍ਰੇਕ ਕਰਨ ਦੇ ਵਿੱਚ ਕੋਈ ਜਿਹੜਾ ਆਪਦਾ ਸਾਹਿਬ ਤੁਸੀਂ ਬਹੁਤ ਡਿਟੇਲ ਦੇ ਨਾਲ ਆਪਣੀ ਗੱਲ ਰੱਖੀ ਹੈ। ਵਲਟੋਆ ਸਾਹਿਬ ਤੁਹਾਡਾ ਰਿਐਕਸ਼ਨ, ਉਸ ਤੋਂ ਬਾਅਦ ਮੈਂ ਬ੍ਰੇਕ ਤੇ ਜਾਣਾ। ਵਲਟੋਆ ਸਾਹਿਬ, ਤੁਹਾਡੇ ਉੱਤੇ ਪਲਟਵਾਰ ਵੀ ਕੀਤਾ ਜਾ ਰਿਹਾ ਹੈ, ਇਲਜ਼ਾਮ ਵੀ ਲਗਾਏ ਜਾ ਰਹੇ ਨੇ। ਤੁਹਾਡੇ ਜਿਹੜੇ ਪਾਰਟੀ ਦੇ ਵਿੱਚ ਰਹੇ ਸੀਨੀਅਰ ਲੀਡਰ ਸੇਵਾ ਸਿੰਘ ਸੇਖਵਾਂ, ਉਹ ਵੀ ਇਲਜ਼ਾਮ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਅਕਾਲੀ ਦਲ ਜਾਂ ਕਾਂਗਰਸ ਹੁਣ ਦੋਵੇਂ ਮਿਲ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦੇਖੋ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਮੈਂ ਸੇਵਾ ਸਿੰਘ ਸੇਖਵਾਂ ਹੋਰਾਂ ਦਾ ਜਵਾਬ ਜਿਹੜਾ ਬਾਅਦ ਚ ਦੇਣਾ ਆ। ਮੈਨੂੰ ਸ਼ਵੈਤ ਸਾਹਿਬ ਇਹ ਦੱਸ ਦੇਣ ਕਿ ਜਿਹੜੀ ਪੰਜਾਬ ਦੇ ਅੰਦਰ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ ਗਈ ਹੈ, ਜਿਹੜਾ ਸਿੱਖਾਂ ਨੂੰ ਕੋਹ ਕੇ ਮਾਰਿਆ ਗਿਆ ਹੈ, ਜਿਹੜਾ ਬੁੱਚੜਖਾਨਾ ਬਣਾਇਆ ਗਿਆ ਹੈ ਪੰਜਾਬ ਨੂੰ, ਉਹ ਕਿਹਦੀਆਂ ਹਦਾਇਤਾਂ ਸੀ? ਉਸ ਸਮੇਂ ਸਰਕਾਰਾਂ ਕਿਹਦੀਆਂ ਸੀ? ਔਰ ਸਭ ਤੋਂ ਵੱਡਾ ਦੋਸ਼ੀ ਕੌਣ ਹੈ ਸਿੱਖ ਨੌਜਵਾਨਾਂ ਦੇ ਕਤਲੇਆਮ ਦਾ? KPS ਗਿੱਲ। ਤੇ KPS ਗਿੱਲ ਦਾ ਮੋਹਰਾ ਕੌਣ ਸੀ? ਸਮੇਧ ਸੈਣੀ ਤੇ ਹੋਰ ਵੀ ਹੈਗੇ ਸੀ। ਹੁਣ ਮੈਂ ਆਉਣਾ KPS ਗਿੱਲ ਤੇ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੀ ਹੈ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਆ, ਔਰ ਸਭ ਤੋਂ ਪਹਿਲਾ ਫਰਜ਼ ਬਣਦਾ ਹੁੰਦਾ ਮੁੱਖ ਮੰਤਰੀ ਦਾ ਜਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਣਾ, ਸ਼ੁਕਰਾਨਾ ਕਰਨਾ ਕਿ ਸਤਿਗੁਰੂ ਤੋਂ ਰਹਿਮਤ ਕੀਤੀ ਹੈ, ਮੈਨੂੰ ਮੁੱਖ ਮੰਤਰੀ ਬਣਾਇਆ, ਮੇਰੀ ਸਰਕਾਰ ਬਣਾਈ ਹੈ, ਪੰਜਾਬ ਦਾ ਭਲਾ ਕਰੀ। ਬੜੇ ਹੀ ਨਹੀਂ, ਆਏ ਹੀ ਨਹੀਂ। ਤੇ ਗਏ ਕਿੱਥੇ? ਦਿੱਲੀ। KPS ਗਿੱਲ ਕੋਲੇ ਉਹਦੇ ਪੈਰਾਂ ਵਾਲੇ ਪਾਸੇ ਖੜ ਕੇ ਉਹਦੇ ਪੈਰਾਂ 'ਚ ਗੁਲਦਸਤਾ ਰੱਖਿਆ ਕਿ ਨਹੀਂ ਰੱਖਿਆ? ਦਰਬਾਰ ਸਾਹਿਬ ਆਏ ਨਹੀਂ, ਪੰਜਾਬ ਦੇ ਲੋਕਾਂ ਦਾ ਸਤਿਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ, ਜਾ ਕੇ KPS ਗਿੱਲ ਨੂੰ ਗੁਲਦਸਤਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਸ਼ੁਕਰਾਨਾ ਕੀਤਾ। ਨੰਬਰ 2, KPS ਗਿੱਲ ਚੜ੍ਹਾਈ ਕਰ ਗਿਆ, ਮਰ ਗਿਆ, ਮਗਰੋਂ ਲੱਥ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਕਿ ਕੋਈ ਸਿੱਖ ਉਹਦੇ ਭੋਗ ਤੇ ਨਾ ਜਾਵੇ। ਗ੍ਰੰਥੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ ਹੁਕਮ ਕੀਤਾ ਕਿ ਕੋਈ ਉਹਦੀ ਕਿਰਿਆ ਦੇ ਵਿੱਚ, ਉਹਦੀ ਰਸਮ ਦੇ ਵਿੱਚ ਸ਼ਾਮਲ ਨਾ ਹੋਵੇ। ਤੇ ਜੇ ਉੱਥੇ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਕੇ
KPS ਗਿੱਲ ਦੇ ਭੋਗ ਤੇ ਦਿੱਲੀ ਪਹੁੰਚੇ। ਉਸ ਤੋਂ ਅੱਗੇ ਆ ਜਾਓ, ਕਦੀ ਪੰਜਾਬ ਦੀ ਵਿਧਾਨ ਸਭਾ 'ਚ ਕਿਸੇ ਆਫੀਸਰ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ, ਤੇ ਜੇ ਦਿੱਤੀ ਗਈ ਜੀ KPS ਗਿੱਲ ਬੁੱਚੜ ਨੂੰ ਦਿੱਤੀ ਗਈ। ਉਹਦੇ ਮਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਤਾ ਲਿਆਂਦਾ ਔਰ ਤਾਰੀਫਾਂ ਕੀਤੀਆਂ ਕਿ ਪੰਜਾਬ ਨੂੰ ਬਚਾਉਣ ਵਾਲਾ, ਪੰਜਾਬ ਦਾ ਸਪੂਤ, ਦੇਸ਼ ਦਾ ਸਪੂਤ, ਬਹਾਦਰ ਸਿਪਾਹੀ KPS ਗਿੱਲ, ਉਹਨੂੰ ਸ਼ਰਧਾਂਜਲੀ ਦਿੱਤੀ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 2017 ਦੇ ਵਿੱਚ। ਇਹ ਗੱਲਾਂ ਕਰਦੇ ਨੇ, ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਮੰਨ ਲਈ ਕਿ ਸਮੇਤ ਸੈਣੀ ਵਰਗੇ ਕੁੱਤੇ ਬੰਦੇ ਨੂੰ ਨਹੀਂ ਅਸੀਂ ਦੇਖੋ ਵਲਟੋਹਾ ਸਾਹਿਬ ਤੁਹਾਡੇ ਬਿਆਨਾਂ ਦੇ ਵਿੱਚ ਹੁਣ ਇਹ ਵੀ ਲੱਗ ਰਿਹਾ ਕਿ ਜਿਹੜਾ ਮੈਂ ਸਵਾਲ ਆਪਣੇ ਦਰਸ਼ਕਾਂ ਨੂੰ ਵੀ ਪੁੱਛ ਰਿਹਾ ਕਿ ਪੰਥਕ ਵੋਟ ਦੇ ਉੱਤੇ ਨਜ਼ਰ ਤਾਂ ਨਹੀਂ ਹੈ, ਤੁਹਾਨੂੰ ਲੱਗ ਨਹੀਂ ਰਿਹਾ ਕਿ ਪ੍ਰਭਾਵਿਤ ਹੋਏਗੀ। ਮੈਂ ਇਸ ਪੁਆਇੰਟ ਦੇ ਉੱਤੇ ਆਵਾਂਗਾ ਜੋ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਸਿਰਫ ਮੁਲਤਾਨੀ ਕੇਸ ਤੱਕ ਸੀਮਿਤ ਰੱਖ ਕੇ ਦੇਖਿਆ ਜਾਵੇ ਸੁਮੇਧ ਸੈਣੀ ਦੇ ਮਾਮਲੇ ਨੂੰ, ਜਾਂ ਗ੍ਰਿਫਤਾਰੀ ਦੀ ਤਲਵਾਰ ਨੂੰ, ਜਾਂ ਇੱਕ ਵੱਡੇ ਐਂਗਲ ਤੋਂ ਦੇਖਣ ਦੀ ਜ਼ਰੂਰਤ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ, ਇਸ ਚਰਚਾ ਨੂੰ ਅੱਗੇ ਵਧਾਵਾਂਗੇ, ਕਾਨੂੰਨੀ ਮਾਹਰ ਵੀ ਸਾਡੇ ਨਾਲ ਹੋਣਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਬਦਲ ਹੁਣ ਬਾਕੀ ਨੇ, ਕਿੰਨੇ ਬਦਲ ਬਾਕੀ ਨੇ ਹੁਣ ਸੁਮੇਧ ਸੈਣੀ ਦੇ ਕੋਲ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਚਰਚਾ ਜਾਰੀ ਰਹੇਗੀ। ਤਾਂ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਅਸੀਂ ਚਰਚਾ ਕਰ ਰਹੇ ਹਾਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਕਦੋਂ ਹੋਏਗੀ। ਇੱਕ ਵੱਡਾ ਸਵਾਲ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਜੇ ਸਾਬਕਾ DGP ਨੇ, ਇੱਕ ਵੱਡੇ ਅਹੁਦੇ ਦੇ ਉੱਤੇ ਰਿਟਾਇਰ ਹੋਏ ਨੇ ਸਾਬਕਾ DGP ਸੁਮੇਧ ਸੈਣੀ, ਤਾਂ ਕਿ ਇਸ ਕਰਕੇ ਗ੍ਰਿਫਤਾਰੀ 'ਚ ਦੇਰ ਹੋ ਰਹੀ ਹੈ। ਇਸ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਤੇ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਕੋਈ ਸਿਆਸੀ ਖੇਡ ਤਾਂ ਨਹੀਂ, ਕਿ 2022 ਫੋਕਸ ਦੇ ਵਿੱਚ ਤਾਂ ਨਹੀਂ ਸੁਮੇਧ ਸੈਣੀ ਦੇ ਪੂਰੇ ਮਾਮਲੇ ਨੂੰ ਲੈ ਕੇ, ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ। ਸਾਡੇ ਦਰਸ਼ਕਾਂ ਤੋਂ ਜੋ ਅੱਜ ਅਸੀਂ ਸਵਾਲ ਪੁੱਛ ਰਹੇ ਹਾਂ, ਇੱਕ ਵਾਰ ਫਿਰ ਤੋਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਸਵਾਲ ਹੈ ਕਿ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਕੀ ਪ੍ਰਭਾਵਿਤ ਕਰ ਸਕਦੀ ਹੈ? ਤੁਹਾਨੂੰ ਕੀ ਲੱਗਦਾ ਹੈ? ਇਹ ਸਾਡੇ ਦਰਸ਼ਕਾਂ ਦੇ ਲਈ ਅੱਜ ਸਵਾਲ ਹੈ ਕਿ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ। ਤਾਂ ਇਸ ਦੇ ਉੱਤੇ ਜਵਾਬ ਤੁਸੀਂ ਦੇ ਸਕਦੇ ਹੋ ਹਾਂ ਜਾਂ ਨਾ ਦੇ ਵਿੱਚ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ ਸੈਣੀ ਦੀ ਗ੍ਰਿਫਤਾਰੀ, ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਗ੍ਰਿਫਤਾਰੀ ਪ੍ਰਭਾਵਿਤ ਨਹੀਂ ਕਰ ਸਕਦੀ, ਤਾਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ NS ਨੂੰ ਭੇਜ ਦਿਓ 56677 ਉੱਤੇ, ਯਾਨੀ ਕਿ 56677 ਉੱਤੇ। ਮੈਂ ਬੁਲੇਟਿਨ ਦੇ ਆਖਿਰ ਦੇ ਵਿੱਚ, ਇਸ ਪੂਰੇ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੀ ਰਾਏ ਸਾਰਿਆਂ ਦੇ ਨਾਲ ਸਾਂਝੀ ਕਰਾਂਗਾ। ਅੱਜ ਅਸੀਂ ਗੱਲ ਸੁਮੇਧ ਸੈਣੀ ਦੇ ਉੱਤੇ ਕਰ ਰਹੇ ਹਾਂ। ਸੁਮੇਧ ਸੈਣੀ ਕੀ ਵਾਕਈ ਜਲਦ ਗ੍ਰਿਫਤਾਰੀ ਹੋਏਗੀ? ਕਿਉਂਕਿ ਹੁਣ ਤੱਕ ਨਹੀਂ ਹੋਈ ਹੈ। ਕਾਂਗਰਸ ਦੇ ਬੁਲਾਰੇ ਦਾਅਵਾ ਕਰ ਰਹੇ ਨੇ ਕਿ ਕਦੋਂ ਤੱਕ ਬਚੇਗਾ, ਕਦੋਂ ਤੱਕ ਭੱਜੇਗਾ ਕਾਨੂੰਨ ਤੋਂ, ਗ੍ਰਿਫਤਾਰ ਤਾਂ ਕਰ ਹੀ ਲਿਆ ਜਾਏਗਾ। ਪਰ ਸਵਾਲ ਤਾਂ ਇਸ ਵਿਚਾਲੇ ਵੀ ਹੈ ਕਿ ਸਿਰਫ ਇਸੇ ਐਂਗਲ ਤੱਕ ਦੇਖਿਆ ਜਾਵੇ ਜਾਂ ਅੱਗੇ ਵੀ ਕੁਝ ਹੈ ਇਸ ਦੇ ਪਿੱਛੇ ਪਿਕਚਰ, ਕਿ ਕੋਈ ਸਿਆਸੀ ਖੇਡ ਪੰਜਾਬ ਦੇ ਵਿੱਚ ਸੈਣੀ ਦੇ ਨਾਮ ਨੂੰ ਲੈ ਕੇ ਜਾਂ ਸੈਣੀ ਦੇ ਇਸ ਪੂਰੇ ਮੁੱਦੇ ਉੱਤੇ ਤਾਂ ਨਹੀਂ ਖੇਡੀ ਜਾ ਰਹੀ। ਮੈਂ ਵਲਟੋਹਾ ਸਾਹਿਬ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ। ਵਿਰਸਾ ਸਿੰਘ ਵਲਟੋਹਾ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਸੀਨੀਅਰ ਲੀਡਰ ਨੇ, ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਵਲਟੋਹਾ ਸਾਹਿਬ, ਸਵਾਲ ਹੁਣ ਇਸ ਕਰਕੇ ਤੁਹਾਡੇ ਤੋਂ, ਕਿਉਂਕਿ ਤੁਸੀਂ KPS ਗਿੱਲ ਤੱਕ ਦਾ ਨਾਮ ਲੈ ਦਿੱਤਾ, ਤੁਸੀਂ ਕਾਂਗਰਸ ਨੂੰ ਉਸ ਪੂਰੇ ਮੁੱਦੇ ਉੱਤੇ ਘੇਰਦੇ ਹੋ। ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਸੈਣੀ ਦੀ ਗ੍ਰਿਫਤਾਰੀ ਦੇ ਨਾਲ ਪੰਥਕ ਵੋਟ ਬੈਂਕ ਪ੍ਰਭਾਵਿਤ ਹੋ ਸਕਦਾ ਹੈ, ਜਾਂ ਕਾਂਗਰਸ ਇੱਕ ਕੋਸ਼ਿਸ਼ ਕਰ ਰਹੀ ਹੈ? ਦੇਖੋ ਗੌਰਵ ਜੀ, ਇਹ 'ਚ ਕੋਈ ਡਰਾਵਾ ਨਹੀਂ ਕਿ ਜਿਸ ਦਿਨ ਸੁਮੇਧ ਸੈਣੀ ਗ੍ਰਿਫਤਾਰ ਹੋਊਗਾ, ਉਸ ਸਮੇਂ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰੇਕ ਵਿਅਕਤੀ ਨੂੰ, ਜਿਹੜਾ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹਨੂੰ, ਤੇ ਖਾਸ ਕਰਕੇ ਸਿੱਖ ਕੌਮ ਨੂੰ, ਤੇ ਖਾਸ ਕਰਕੇ ਮੇਰੇ ਵਰਗਿਆਂ ਨੂੰ ਬੜੀ ਤਸੱਲੀ ਹੋਊਗੀ ਜੀ, ਸ਼ਾਂਤੀ ਮਿਲੂਗੀ, ਔਰ ਹੋਣੀ ਚਾਹੀਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਚਾਉਣਾ ਚਾਹੁੰਦੀ ਹੈ। ਫਿਰ ਮੈਂ ਗੱਲ ਕਰੂੰਗਾ, ਮੈਂ ਨਹੀਂ ਕਹਿੰਦਾ ਜਿਹੜੇ ਸੁਮੇਧ ਸੈਣੀ ਦੇ ਵਿਰੋਧ 'ਚ ਅਦਾਲਤ 'ਚ ਖੜੋਤੇ ਨੇ, ਜਿਨ੍ਹਾਂ ਦੀ ਤਾਰੀਫ ਸ਼ਵੈਦ ਸਾਹਿਬ ਨੇ ਵੀ ਕੀਤੀ ਹੈ, ਐਡਵੋਕੇਟ ਪ੍ਰਦੀਪ ਸਿੰਘ ਵਿਰਕ ਕਹਿੰਦੇ ਨੇ, ਜਿਨ੍ਹਾਂ ਨੇ ਤਨਦੇਹੀ ਦੇ ਨਾਲ, ਮਿਹਨਤ ਦੇ ਨਾਲ, ਡੈਡੀਕੇਸ਼ਨ ਦੇ ਨਾਲ ਸੁਮੇਧ ਸੈਣੀ ਵਰਗੇ ਪਾਪੀ ਨੂੰ ਘੇਰਨ ਵਾਸਤੇ ਘੇਰਾਬੰਦੀ ਕੀਤੀ, ਉਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੈਨੂੰ ਇੰਜ ਜਾਪਦਾ ਕਿ ਇਹ ਸੁਮੇਧ ਸੈਣੀ ਨੂੰ ਬਚਾਉਣਾ ਚਾਹੁੰਦੀ ਹੈ। ਇਹ ਇੱਕ ਥਾਂ ਤੇ ਨਹੀਂ, ਉਹਨਾਂ ਨੇ ਮੇਰਾ ਖਿਆਲ ਹੈ ਕਿ 10, 15, 20 ਚੈਨਲਾਂ ਦੇ ਉੱਤੇ, ਜਿਹੜੇ ਵੈਬ ਚੈਨਲ ਚੱਲਦੇ ਆ ਜਾਂ ਦੂਸਰੇ ਚੈਨਲ ਚੱਲਦੇ ਆ, ਉਹਨਾਂ ਸਾਰਿਆਂ ਦੇ ਉੱਤੇ ਉਹਨਾਂ ਨੇ ਆਪਣੀ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਪ੍ਰਗਟਾਵਾ ਕੀਤਾ ਹੈ। ਸੋ ਇਹਦਾ ਕੀ ਪ੍ਰਭਾਵ ਪੈਂਦਾ ਆ, ਕੀ ਨਹੀਂ ਪੈਂਦਾ, ਪਰ ਇਹ ਵੀ ਸੱਚਾਈ ਹੈ। ਠੀਕ ਹੈ ਕਿ ਅੱਜ ਦੀ ਜਨਰੇਸ਼ਨ ਭੁੱਲ ਗਈ, ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਕਿ 80ਵਿਆਂ ਦੇ ਵਿੱਚ ਕੀ ਵਾਪਰਿਆ, 90ਵਿਆਂ ਦੇ ਵਿੱਚ ਕੀ ਵਾਪਰਿਆ, ਕਿ ਇਸੀ ਪਟਕਾ ਦੇਖ ਕੇ ਹੀ ਤੇ ਸ਼ਵੈਦ ਸਾਹਿਬ ਦੀ ਪਾਰਟੀ ਵਾਲੇ ਕਾਂਗਰਸੀ ਹਾਕਮਾਂ ਦੇ ਇਸ਼ਾਰੇ ਦੇ ਉੱਤੇ ਜਿਹੜੇ ਪੁਲਿਸ ਜਿਹੜੀ ਹੈ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਂਦੀ ਸੀ, ਤੇ ਬੁੱਚੜਖਾਨਿਆਂ 'ਚ ਚਾਹੇ BR ਮਾਡਰਨ ਅੰਮ੍ਰਿਤਸਰ ਹੈ, ਚਾਹੇ ਮਾਲ ਮੰਡੀ ਅੰਮ੍ਰਿਤਸਰ ਹੈ, ਚਾਹੇ ਬੀਕੋ ਬਟਾਲਾ ਆ,
ਜਾਂ ਵੱਖ-ਵੱਖ ਜਿਹੜੇ ਤਸ਼ੱਦਦ ਦੇ ਕੇਂਦਰ ਬਣੇ ਸੀ ਉੱਥੇ ਚੀਕਾਂ ਵੱਜਦੀਆਂ ਸੀ, ਚੀਕ ਚਹਾੜੇ ਪੈਂਦੇ ਸੀ, ਅਸੀਂ ਹੰਡਾਏ ਆ ਗੌਰਵ ਜੀ, ਉਹ ਚੀਕਾਂ ਸਾਡੀਆਂ ਵੀ ਵੱਜੀਆਂ ਆ। ਠੀਕ ਹੈ ਕਿ ਅਸੀਂ ਐਲੀਮੀਨੇਟ ਨਹੀਂ ਹੋ ਸਕੇ, ਸਾਡੀ ਉਮਰ ਲਿਖੀ ਸੀ, ਅਸੀਂ ਬਚ ਗਏ ਜੀ। ਜਿਹੜੇ ਜਿਸ ਤਰ੍ਹਾਂ ਬਲਵੰਤ ਮਲਤਾਨੀ ਵਰਗੇ ਨਾਲ ਹੋਈ ਹੈ ਉਹ ਕੀ ਭੁੱਲ ਸਕਦਾ। ਠੀਕ ਹੈ ਬਲਟੌਰ ਸਾਹਿਬ, ਮੈਂ ਵਾਪਸ ਆਉਂਗਾ। ਤੁਸੀਂ ਦੇਖੋ, ਮੇਰੇ ਬਹੁਤ ਸਪਸ਼ਟ ਸਵਾਲ ਸੀ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਪੁੱਛ ਰਹੇ ਹਾਂ, ਮੈਂ ਉਸ ਦੇ ਉੱਤੇ ਤੁਹਾਡਾ ਵੀ ਸਪਸ਼ਟ ਜਵਾਬ ਚਾਹੂੰਗਾ। ਮੈਂ ਉਸ ਦੇ ਉੱਤੇ ਵਾਪਸ ਆਉਣਾ। ਇਸ ਵਿਚਾਲੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਚੁੱਕੇ ਨੇ, ਸਪੋਕਸਪਰਸਨ ਨੇ, ਜਨਰਲ ਸਕੱਤਰ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ, ਤੇ ਸਾਡੇ ਨਾਲ ਸੀਨੀਅਰ ਵਕੀਲ ਹਾਈ ਕੋਰਟ ਦੇ ਰੰਜਨ ਲਖਨਪਾਲ ਜੀ ਵੀ ਜੁੜ ਚੁੱਕੇ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡੇ ਕੋਲ ਆਵਾਂ ਉਸ ਤੋਂ ਪਹਿਲਾਂ ਮੈਂ ਪੀਰ ਮੁਹੰਮਦ ਜੀ ਤੁਹਾਡਾ ਰਿਐਕਸ਼ਨ ਚਾਹੂੰਗਾ। ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਅਕਾਲੀ ਦਲ ਟਕਸਾਲੀ ਕਿਵੇਂ ਦੇਖ ਰਿਹਾ ਹੈ? ਜੋ ਤੁਹਾਡੇ ਪੁਰਾਣੇ ਸਾਥੀ ਨੇ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਭ ਗੰਢ ਧੁੱਪ ਹੈ, ਇਸ ਕਰਕੇ ਸੈਣੀ ਬਚ ਰਿਹਾ ਹੈ। ਦੇਖੋ, ਜਿਹੜਾ ਜ਼ੁਲਮ ਕਰਨ ਵਾਲਾ ਕੋਈ ਵੀ ਵਿਅਕਤੀ ਹੁੰਦਾ ਹੈ, ਜਦੋਂ ਕਾਨੂੰਨ ਦੀਆਂ ਲੰਘਣਾ ਕਰਕੇ ਤੇ ਉਹ ਆਪਣੀ ਮਨਮਰਜ਼ੀ ਕਰਦਾ ਤਾਂ ਫਿਰ ਉਸ ਨੂੰ ਸਜ਼ਾ ਜਿਹੜੀ ਹੈ ਲੋਕ ਦੇ ਵਿੱਚ ਵੀ ਮਿਲਦੀ ਤੇ ਪਰਲੋਕ ਦੇ ਵਿੱਚ ਵੀ ਮਿਲਦੀ ਹੈ। ਸੋ ਕਿੰਨੀਆਂ ਮਾਵਾਂ, ਕਿੰਨੀਆਂ ਭੈਣਾਂ, ਕਿੰਨੀਆਂ ਵਿਧਵਾਵਾਂ ਜਿਹੜੀਆਂ ਇਸ ਉਡੀਕ ਦੇ ਵਿੱਚ ਬੈਠੀਆਂ ਸਨ, ਕਿੰਨੇ ਪਿਓ ਬੈਠੇ ਸਨ, ਕਿੰਨੇ ਭਰਾ ਬੈਠੇ ਸਨ, ਜਿਹੜੇ ਕਿ ਆਸ ਵੀ ਲਾ ਬੈਠੇ ਸੀ ਕਿ ਹੁਣ 28-29 ਸਾਲ ਹੋ ਗਏ ਨੇ ਤੇ ਜੇ ਮਲਤਾਨੀ ਕੇਸ ਜਿਹੜਾ ਉਸ ਦਾ ਕੋਈ ਨਿਪਟਾਰਾ ਨਹੀਂ ਹੋਇਆ ਤੇ ਸਾਡੇ ਕੇਸ ਦੇ ਬਾਰੇ ਕਿੱਥੋਂ ਹੋਵੇਗਾ। ਉਹ ਬੀਬੀ ਮਾਤਾ ਅਮਰ ਕੌਰ ਸੈਣੀ ਮੋਟਰਜ਼ ਵਾਲੇ, ਉਹਨਾਂ ਦੇ ਨਾਲ ਜੋ ਕੁਝ ਵਾਪਰਿਆ ਸੀ, ਇਹਨਾਂ ਦੇ ਆਪਣੇ ਰਿਸ਼ਤੇਦਾਰ ਸੀ ਸੈਣੀ ਹੋਰਾਂ ਦੇ, ਉਹਨਾਂ ਨਾਲ ਜੋ ਉਹਨਾਂ ਨੂੰ ਕੋ ਕੇ ਕਿਵੇਂ ਉਹਨਾਂ ਨੂੰ ਨਹਿਰ ਦੇ ਵਿੱਚ ਰੋੜਿਆ, ਇਹ ਜਿਹੜਾ ਆਪਣੇ ਆਪ ਦੇ ਵਿੱਚ ਵੱਡਾ ਪਾਪ ਸੀ, ਉਸ ਦਾ ਅੱਜ ਨਿਪਟਾਰਾ ਹੋਣ ਵਾਸਤੇ ਇੱਕ ਮਾੜੀ ਜਿਹੀ ਚਿੰਨ੍ਹ ਨਜ਼ਰ ਆਈ ਸੀ, ਜਿਹੜੀ ਹੁਣ ਥੋੜੀ ਵਧੀ ਏ ਜਦੋਂ ਹਾਈ ਕੋਰਟ ਵਰਗੀ ਇੱਕ ਵੱਡੀ ਅਦਾਲਤ ਨੇ ਵੀ ਸਾਰੀਆਂ ਉਹ ਐਪਲੀਕੇਸ਼ਨਾਂ ਰੱਦ ਕਰਤੀਆਂ। ਪਰ ਸਵਾਲ ਇਹ ਆ ਕਿ ਇੱਛਾ ਸ਼ਕਤੀ ਜਿਹੜੇ ਸਾਡੇ ਪੋਲੀਟੀਸ਼ੀਅਨ ਨੇ ਉਹ ਇਸ ਨੂੰ ਆਪਣੇ ਢੰਗ ਦੇ ਨਾਲ ਕਿਉਂ ਪੇਸ਼ ਕਰ ਰਹੇ ਨੇ, ਸਿੱਧੇ ਰੂਪ ਦੇ ਵਿੱਚ ਕਿਉਂ ਨਹੀਂ ਆਪਣੀ ਗਲਤੀ ਦਾ ਅਹਿਸਾਸ ਕਰਦੇ, ਚਾਹੇ ਅਕਾਲੀ ਦਲ ਬਾਦਲ ਦੀ ਸਰਕਾਰ ਹੋਵੇ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ। ਦੇਖੋ, ਪਹਿਲੀ ਗੱਲ ਸੀ ਉਹ ਡੀਜੀ ਨਹੀਂ ਸੀ ਲੱਗਣੇ ਚਾਹੀਦੇ ਪੰਥਕ ਘਾਉਣ ਵਾਲੀ ਸਰਕਾਰ ਦੇ ਵਿੱਚ। ਦੂਸਰੀ ਗੱਲ ਇਹ ਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਉਹਨਾਂ ਦੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਇਹ ਦੱਸਣ ਦੀ ਖੇਚਲ ਕਰਨਗੇ ਕਿ ਜਦ ਸੁਰੱਖਿਆ ਦੇ ਵਿੱਚ ਇੱਕ ਮਨੁੱਖ ਜਿਹੜਾ ਹੈ ਉਸ ਨੂੰ ਇੰਨੀ ਇਜਾਜ਼ਤ ਕਿਵੇਂ ਮਿਲ ਗਈ ਕਿ ਉਹ ਉੱਥੋਂ ਫਰਾਰ ਹੋ ਗਿਆ, ਉਹ ਵੀ ਜਦੋਂ ਲਾਕਡਾਊਨ ਲੱਗਾ ਹੋਵੇ ਔਰ ਕਰੋਨਾ ਮਹਾਮਾਰੀ ਚੱਲ ਰਹੀ ਹੋਵੇ। ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਆਮ ਲੋਕਾਂ ਤੇ ਡਾਂਗ ਫੇਰਦੇ ਹੋ ਤੇ ਜਿਹੜੇ ਬੰਦੇ ਕ੍ਰਿਮੀਨਲ ਕੇਸ ਦੇ ਵਿੱਚ ਫਸ ਗਏ ਹੋਣ ਔਰ ਜਿਨ੍ਹਾਂ ਦੇ ਉੱਤੇ 302 ਦੀ ਧਾਰਾ ਲੱਗੀ ਹੋਵੇ ਤੇ ਉਹ ਆਪਣੀ ਜੱਡ ਸੁਰੱਖਿਆ ਛੱਡ ਕੇ, ਪਹਿਲੀ ਗੱਲ ਤਾਂ ਜਿੰਨੇ ਇਹਨਾਂ ਦੇ ਨਾਲ ਸੁਰੱਖਿਆ ਅਫਸਰ ਸਨ ਉਹਨਾਂ ਦੀ ਕਿਸੇ ਨੇ ਪੁੱਛਗਿੱਛ ਕੀਤੀ ਹੈ। ਦੂਸਰੀ ਗੱਲ ਇਹ ਆ ਕਿ ਕੈਪਟਨ ਸਰਕਾਰ ਇਸ ਇਸ਼ੂ ਦੇ ਉੱਤੇ ਹੁਣ ਤੱਕ ਕਿਹੜੇ ਉਹਨਾਂ ਨੇ ਛਾਪਾਮਾਰੀ ਕੀਤੀ ਹੈ। ਆਮ ਵਿਅਕਤੀ ਦੇ ਕਿਸੇ ਦੇ ਘਰ ਦੇ ਵਿੱਚ ਮਾਰਾ ਜਾਵੇ, ਕਿਸੇ ਦੇ ਉੱਤੇ ਦੋਸ਼ ਲੱਗ ਜਾਵੇ, ਉਹਦੀ ਮਾਂ ਭੈਣ ਸਾਰਿਆਂ ਨੂੰ ਫੜ ਕੇ ਅੰਦਰ ਦੇ ਦਿੱਤਾ ਜਾਂਦਾ ਜਦੋਂ ਤੱਕ ਬੰਦਾ ਪੇਸ਼ ਨਹੀਂ ਹੁੰਦਾ। ਪਰ ਇਸ ਚੀਜ਼ ਦੇ ਵਿੱਚ ਕੀ ਹੋ ਰਿਹਾ, ਇਸ ਕਰਕੇ ਇਸ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਲੀਪਾ ਪੋਚੀ ਨਹੀਂ ਹੋਣੀ ਚਾਹੀਦੀ। ਜਿਹੜੀ ਗਲਤੀ ਹੋਈ ਏ ਉਸ ਨੂੰ ਖੁੱਲੇ ਮਨ ਨਾਲ ਸਵੀਕਾਰ ਕਰਨਾ ਚਾਹੀਦਾ। ਜਿਹੜੇ ਬਿਆਨ ਦੇ ਰਹੇ ਨੇ ਨਾ ਸਾਡੇ ਸਾਥੀ ਨੇ ਆਲ ਇੰਡੀਆ ਪੀਰ ਮੁਹੰਮਦ ਜੀ, ਜਿਹੜੇ ਬਿਆਨ ਦੇ ਰਹੇ ਨੇ ਤੁਹਾਡੇ ਪੁਰਾਣੇ ਸਾਥੀ ਨੇ, ਉਹ ਅਕਾਲੀ ਦਲ ਦੇ ਪੁਰਾਣੇ ਉਹਨਾਂ ਨੂੰ ਇਸ ਗੱਲ ਦੀ ਹੁਣ ਵਕਾਲਤ ਨਹੀਂ ਕਰਨੀ ਚਾਹੀਦੀ ਕਿ ਇਹੋ ਜਿਹਾ ਇੱਕ ਜਾਬਰ ਅਫਸਰ ਉਹ ਆਪਣੀ ਸਰਕਾਰ ਦੇ ਵਿੱਚ ਹੋਵੇ ਔਰ ਸਰਕਾਰ ਦੇ ਦਰਮਿਆਨ ਬਰਗਾੜੀ ਬਾਈਬਲ ਕਾਂਡ ਵਾਪਰ ਜਾਵੇ। ਚਲੋ ਠੀਕ ਹੈ, ਆਪਣੇ ਆਪ ਠੀਕ ਹੈ, ਮੈਂ ਤੁਹਾਡੇ ਮੇਰੀ ਆਵਾਜ਼ ਨਹੀਂ ਉਹਨਾਂ ਤੱਕ ਪਹੁੰਚ ਰਹੀ, ਖੁੱਲੇ ਮਨ ਨਾਲ ਮੈਨੂੰ ਲੱਗ ਰਿਹਾ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਪੀਰ ਮੁਹੰਮਦ ਜੀ ਤੱਕ। ਪੀਰ ਮੁਹੰਮਦ ਜੀ, ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਆ ਰਹੀ ਜੀ। ਠੀਕ ਹੈ, ਮੈਂ ਸਵਾਲ ਇਹ ਕਰ ਰਿਹਾ ਤੁਹਾਨੂੰ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਸੈਕਿੰਡ, ਕਿਉਂਕਿ ਤੁਸੀਂ ਬਹੁਤ ਤਫਸੀਲ ਨਾਲ ਆਪਣੀ ਗੱਲ ਰੱਖੀ ਹੈ। ਸਾਡਾ ਲਖਨਪਾਲ ਜੀ ਨੇ, ਰੰਜਨ ਲਖਨਪਾਲ ਜੀ। ਸਰ, ਸਿੱਧਾ ਸਵਾਲ ਹੈ, ਇਸ ਸਮੇਂ ਤੁਸੀਂ ਹਰ ਇੱਕ ਚੀਜ਼ ਦਾ ਕਾਨੂੰਨੀ ਪੱਖ ਸਮਝਦੇ ਹੋ, ਸੁਮੇਧ ਸੈਣੀ ਦੇ ਕੋਲ ਕੋਈ ਕਾਨੂੰਨੀ ਬਦਲ ਹੈ? ਸੁਪਰੀਮ ਕੋਰਟ ਹੀ ਕਾਨੂੰਨੀ ਬਦਲ ਬਚਿਆ? ਇਹ ਤਾਂ ਲੱਗਦਾ ਕਿ ਬਸ ਸ਼ਿਕੰਜਾ ਕੱਸਿਆ ਗਿਆ, ਹੁਣ ਤਾਂ ਗ੍ਰਿਫਤਾਰੀ ਜਾਂ ਸਰੈਂਡਰ ਕਰਨਾ ਹੀ ਹੋਏਗਾ। ਮਗਰ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਬੇਲ ਹੈਗੀ ਆ ਉਹ ਮੇਰੇ ਖਿਆਲ ਨਾਲ ਤਾਂ ਹੋ ਨਹੀਂ ਸਕਦੀ ਜੀ, ਕਿਉਂਕਿ ਜਿਹੜਾ ਕੇਸ ਹੈ 302 ਦਾ ਹੈ ਜੀ, ਇਹੋ ਜਿਹੇ ਕੇਸਾਂ ਦੇ ਵਿੱਚ ਰੈਕੋਰਡ ਬੇਲ ਨਹੀਂ ਹੁੰਦੀ ਤੇ ਐਂਟੀਸਿਪੇਟਰੀ ਬੇਲ ਤਾਂ ਹੁੰਦਾ ਤਾਂ ਕੋਈ ਸਵਾਲ ਹੀ ਨਹੀਂ ਉੱਠਦਾ। ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਕੋਈ ਬਦਲ ਬਾਕੀ ਨਹੀਂ ਹੋਣਾ, ਸੁਮੇਧ ਸੈਣੀ ਕੋਲ ਸਰੈਂਡਰ ਹੀ ਇੱਕ ਬਦਲ ਹੈ ਬਸ। ਜੇ ਸਰੈਂਡਰ ਸਹੀ ਹੈ ਔਰ ਸਰਕਾਰ ਜਿਹੜੀ ਹੈ ਸ਼ਰੇਆਮ ਨਜ਼ਰ ਆ ਰਿਹਾ ਹੈ ਕਿ ਇਹਨੂੰ ਪ੍ਰੋਟੈਕਸ਼ਨ ਦੇ ਰਹੀ ਹੈ ਜੀ, ਜਿਹੜੀ ਕਿ ਅੱਜ ਤੱਕ ਦਿੰਦੀ ਰਹੀ ਹੈ। ਸੈਣੀ ਜਿਹੜਾ ਜੀ, ਸੈਣੀ ਜਿਹੜਾ ਹੈ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੀ ਇੱਕ ਆਪਣੇ ਆਪ 'ਚ ਕਾਨੂੰਨ ਬਣਿਆ ਹੋਇਆ ਹੈ।
खुद ही एग्जीक्यूटर है, खुद ही इन्वेस्टिगेटर है, खुद ही एग्जीक्यूटर है, और जो है चाहता है वो करता है, और ऐसे कोई कानून लागू नहीं होता। अदा जापदा कि कानून तो उत्ते है और ਇਹਦੇ ਕੋਈ ਵੱਖਰੇ ਕਾਨੂੰਨ ਬਣੂਗਾ। ਜੀ ਸਰ, ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਸਮਝਣੀ ਚਾਹੁੰਦਾ ਹੈ, ਕਿਉਂਕਿ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਐਸਆਈਟੀ ਜਿਹੜੀ ਬਣਾ ਦਿੱਤੀ ਗਈ ਕਿ ਉਸ ਲੈਵਲ ਦੇ ਆਫੀਸਰ ਨੂੰ ਇੰਟਰੋਗੇਟ ਕਰ ਸਕੇਗੀ ਜਿਸ ਲੈਵਲ ਤੋਂ ਰਿਟਾਇਰ ਹੋਏ ਨੇ, ਕਿਉਂਕਿ ਉਹ ਤਾਂ ਸਭ ਤੋਂ ਵੱਡਾ ਅਹੁਦਾ ਸੀ ਪੰਜਾਬ ਦਾ। ਹਾਂਜੀ ਹਾਂਜੀ, ਬਿਲਕੁਲ ਨਹੀਂ ਕਰ ਸਕਦੀ ਜੀ। ਜਿਹੜਾ ਉਹਦਾ ਕੋਈ ਸਿਰਾ ਔਰ ਰਿਹਾ ਹੈਗਾ ਇੰਨੀ ਦੇਰ ਤੱਕ, ਔਰ ਇੱਕ ਇੰਨਾ ਵੱਡਾ ਸੀਨੀਅਰ ਅਫਸਰ ਹੈਗਾ, ਔਰ ਜਿਹਨੂੰ ਡੀਜੀਪੀ ਬਣਾਇਆ ਗਿਆ ਵਾਧੂ ਦੀ ਸਰਕਾਰ ਨੇ ਵੀ, ਅੱਗੇ ਵੀ, ਉਹ ਮੈਂ ਸਮਝਦਾ ਕੋਈ ਵੀ ਅਫਸਰ ਜਿਹੜਾ ਹੈਗਾ ਇਸ ਤੋਂ ਥੱਲੇ ਰਿਹਾ ਹੋਊਗਾ, ਸਭ ਤੋਂ ਉੱਚਾ ਹੈਗਾ ਜੀ। ਔਰ ਇਹਨੂੰ ਇਨਵੈਸਟੀਗੇਟ ਕਰੋ, ਜਿਹੜਾ ਐਸਆਈਟੀ ਬਣੀ ਹੋਈ ਹੈਗੀ ਹੈ ਉਹ ਬੇਰ ਆਈ ਵਾਸ਼ ਆ, ਉਸ ਤੋਂ ਵੱਧ ਕੁਝ ਨਹੀਂ। ਠੀਕ ਹੈ ਸਰ, ਇੱਕ ਹੋਰ ਛੋਟਾ ਜਿਹਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਇਸ ਪੂਰੇ ਮਾਮਲੇ ਨੂੰ ਹੁਣ ਕਿਵੇਂ ਦੇਖੀਏ ਅਸੀਂ? 29 ਸਾਲ ਬਾਅਦ ਐਫਆਈਆਰ ਹੋਣਾ ਜਾਂ ਫਿਰ ਇੱਕ ਗ੍ਰਿਫਤਾਰੀ ਦੇ ਲਈ ਅਸੀਂ ਚਰਚਾ ਕਰ ਰਹੇ ਹਾਂ, ਤੁਹਾਨੂੰ ਲੱਗਦਾ ਕਿ ਕਿਸੇ ਪੁਆਇੰਟ ਤੇ ਜਾ ਕੇ ਇਸ ਨੂੰ ਇਨਸਾਫ ਨਾਲ ਜੋੜਿਆ ਜਾਵੇ ਕਿ ਉਸ ਪਰਿਵਾਰ ਨੂੰ ਇਨਸਾਫ ਮਿਲਿਆ ਜਾਂ ਮਿਲੇਗਾ ਇਸ ਗ੍ਰਿਫਤਾਰੀ ਨਾਲ ਇਸ ਪੂਰੇ ਮਾਮਲੇ 'ਚ? ਮੈਂ ਤਾਂ ਸਮਝਦਾ ਜੀ ਅੱਖਾਂ 'ਚ ਮਿੱਟੀ ਪਾਉਣ ਵਾਲੀ ਗੱਲ ਹੈ, ਹੋਰ ਕੁਝ ਨਹੀਂ ਹੈ ਜੀ। ਇੰਨੇ ਕੇਸ ਸੈਣੀ ਦੇ ਖਿਲਾਫ ਪਹਿਲਾਂ ਚੱਲਦੇ ਪਏ ਨੇ, ਉਹਨਾਂ 'ਚ ਅੱਜ ਤੱਕ ਕੁਝ ਨਹੀਂ ਹੋਇਆ। ਲੁਧਿਆਣੇ ਦੀ ਜਿਹੜੀ ਮੂਰਤੀ ਦੇ ਜਿਹੜੇ ਹੁੰਦੇ ਸੀਗੇ ਸੈਣੀ ਸਾਹਿਬ ਤੇ ਹੋਰ ਮੇਰੇ ਹੀ ਕਲਾਇੰਟ ਸੀਗੇ ਉਹ ਵੀ ਜੀ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਸ਼ਰੇਆਮ ਮਾਰਿਆ ਗਿਆ, ਇੰਨਾ ਟੌਰਚਰ ਕੀਤਾ ਗਿਆ ਪੁਲਿਸ ਸਟੇਸ਼ਨ ਦੇ ਵਿੱਚ, ਉਹਨਾਂ ਜ਼ਮੀਨਾਂ ਬਿਜ਼ਨਸ ਸਭ ਖੋਲਿਆ ਜੀ, ਪਰ ਹੁਣ ਤੱਕ ਇੱਕ ਕੱਖ ਵੀ ਨਹੀਂ ਹੋਇਆ ਸੈਣੀ ਦੇ ਖਿਲਾਫ। ਤੇ ਮੈਂ ਨਹੀਂ ਸਮਝਦਾ ਕਿ ਕੋਈ ਵੀ ਆਸ਼ਾ ਸਾਡੇ ਕੋਲ ਹੈਗੀ ਹੈ ਕਿ ਇਸ ਕੇਸ ਵੀ ਕੋਈ ਇਨਸਾਫ ਮਿਲੇਗਾ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਰਨਜਨ ਲਖਨਪਾਲ ਸੀਨੀਅਰ ਵਕੀਲ ਨੇ, ਕਾਨੂੰਨੀ ਪੱਖ ਤੋਂ ਉਹਨਾਂ ਨੇ ਪੂਰਾ ਮਾਮਲਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਸਵੈਤ ਸਾਹਿਬ ਤੁਹਾਡੀ ਵਾਰੀ। ਦੇਖੋ ਵਿਰੋਧੀ ਨਿਸ਼ਾਨਾ ਸਾਧ ਰਹੇ ਨੇ, ਪਰ ਸੀਨੀਅਰ ਵਕੀਲ ਤੁਸੀਂ ਵੀ ਬਖੂਬੀ ਉਹਨਾਂ ਨੂੰ ਜਾਣਦੇ ਹੋਵੋਗੇ, ਸਮਝਦੇ ਹੋਵੋਗੇ, ਉਹ ਵੀ ਕਹਿ ਰਹੇ ਨੇ ਕਿ ਹੁਣ ਤੱਕ ਸਿਆਸੀ ਸ਼ੈ ਤਾਂ ਹੈ ਜਾਂ ਸੀ ਸੁਮੇਧ ਸੈਣੀ ਨੂੰ, ਇਸ ਕਰਕੇ ਬਚ ਰਿਹਾ ਜਾਂ ਬਚਦਾ ਰਿਹਾ? ਦੇਖੋ ਇਹ ਉਹਨਾਂ ਦੀ ਆਪਣੀ ਪਰਸੈਪਸ਼ਨ ਹੈਗੀ ਹੈ। ਪਿੱਛੇ ਦੇਖੋ ਜੋ ਹੋਇਆ ਉਹ ਇੱਕ ਇਤਿਹਾਸ ਹੈ, ਉਹ ਸਾਰਿਆਂ ਨੂੰ ਪਤਾ ਹੈ। ਸਰ ਲੋਕਾਂ ਦੀ ਪਰਸੈਪਸ਼ਨ ਹੋਏਗੀ ਇਹ, ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਆਮ ਪੰਜਾਬੀ ਬੈਠ ਕੇ ਕੀ ਸੋਚ ਰਿਹਾ ਹੋਏਗਾ? ਤੁਹਾਨੂੰ ਨਹੀਂ ਲੱਗਦਾ ਕਿ ਜੇ ਇੱਕ ਸੀਨੀਅਰ ਵਕੀਲ ਇਹ ਗੱਲ ਕਹਿ ਰਹੇ ਨੇ ਤਾਂ ਤੁਹਾਡਾ ਤਾਂ ਜਵਾਬ ਦੇਣਾ ਬਣਦਾ? ਤੁਸੀਂ ਇੱਕ ਸਿਰਫ ਪਰਸੈਪਸ਼ਨ ਕਹਿ ਕੇ ਨਹੀਂ ਪੂਰੇ ਮਾਮਲੇ ਨੂੰ ਨਿਪਟਾ ਸਕਦੇ? ਨਹੀਂ, ਮੈਂ ਦੇ ਰਿਹਾ ਜਵਾਬ। ਇਹ ਜਦੋਂ ਅਕਾਲੀ ਬੀਜੇਪੀ ਸਰਕਾਰ ਸੀ ਤੇ ਉਹ ਸੀਬੀਆਈ ਜਿਹੜੀ ਐਫਆਈਆਰ ਸੀ, ਸੁਪਰੀਮ ਕੋਰਟ ਕੇਸ ਪੈਂਡਿੰਗ ਸੀਗਾ, ਉਦੋਂ ਅਕਾਲੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫੀਆ ਬਿਆਨ ਦਿੱਤਾ ਤੇ ਸੈਣੀ ਦੀ ਤਾਰੀਫ ਤੇ ਤਾਰੀਫ ਤਾਰੀਫ ਤੇ ਤਾਰੀਫ ਤਾਰੀਫ ਤੇ ਤਾਰੀਫ ਕੀਤੀ ਉਹਨਾਂ ਨੇ। ਇਹ 2011 ਦੇ ਵਿੱਚ ਉੱਥੇ ਖਾਰਜ ਹੋਇਆ ਕੇਸ ਸੁਪਰੀਮ ਕੋਰਟ ਦੇ ਵਿੱਚ, ਜਿਹੜੀ ਐਫਆਈਆਰ ਕੁਐਸ਼ ਹੋਈ ਹੈ, ਜਿਹੜੀ ਪਹਿਲੀ ਐਫਆਈਆਰ ਸੀਗੀ। ਉਸ ਤੋਂ ਬਾਅਦ ਜਿਹੜਾ ਦੁਬਾਰਾ ਹੁਣ ਮਈ ਦੇ ਵਿੱਚ ਆ ਪਰਚਾ ਦੁਬਾਰਾ ਹੋਇਆ ਕਿ ਸੁਪਰੀਮ ਕੋਰਟ ਨੇ ਹੀ ਇੱਕ ਵਿੰਡੋ ਦੇ ਦਿੱਤੀ ਸੀ ਥੋੜੀ ਜਿਹੀ ਕਿ ਜਿਹੜਾ ਕੰਪਲੇਨਰ ਨੇ ਸ਼ਿਕਾਇਤ ਕਰਤਾ ਦੁਬਾਰਾ ਕੇਸ ਕਰ ਸਕਦਾ। ਉਸ ਕਰਕੇ ਸਾਡੀ ਸਰਕਾਰ ਵਾਲੇ ਦੇਖੋ ਕੇਸ ਹੋਇਆ, ਹੁਣ ਸਾਰਾ ਦੁਬਾਰਾ ਜਿਹੜਾ ਚੁੱਕਿਆ ਗਿਆ ਮਸਲਾ ਇਹ। ਤੇ ਅੱਜ ਦਿਨ ਇਹ ਆਇਆ ਕਿ ਅੱਜ ਸੈਣੀ ਜਿਹੜਾ ਹੈਗਾ ਉਹ ਪੂਰੇ ਪੰਜਾਬ ਦੇ ਅੱਖਾਂ ਦੇ ਵਿੱਚ, ਲੋਕਾਂ ਦੇ ਅੱਖਾਂ 'ਚ ਤੇ ਕਾਨੂੰਨ ਦੇ ਅੱਖਾਂ ਦੇ ਵਿੱਚ ਜਿਹੜਾ ਹੈਗਾ, ਨਜ਼ਰਾਂ ਦੇ ਵਿੱਚ, ਉਹ ਅੱਜ ਮੁਲਜ਼ਮ ਹੈ ਜੀ, ਤੇ ਭੱਜਿਆ ਫਿਰਦਾ ਉਹ। ਇੰਨਾ ਪ੍ਰੈਸ਼ਰ, ਇੰਨਾ ਦਬਾਅ ਅਗਰ ਸਰਕਾਰ ਦੀ ਜਿਹੜੀ ਇੱਛਾ ਸ਼ਕਤੀ ਨਾ ਹੁੰਦੀ ਤਾਂ ਮੈਂ ਨਹੀਂ ਸਮਝਦਾ ਕਿ ਇਹ ਪੋਸੀਬਲ ਸੀਗਾ। ਕਿਉਂਕਿ ਬਾਦਲ ਸਾਹਿਬ ਦੀ ਸਰਕਾਰ ਨੂੰ ਤੁਸੀਂ ਦੇਖਿਆ ਉੱਥੇ ਕੀ ਹੋਇਆ, ਸਗੋਂ ਉਹਨਾਂ ਨੇ ਤਾਂ ਉਹਨੂੰ ਨਵਾਜਿਆ, ਉਹਨਾਂ ਨੇ ਡੀਜੀਪੀ ਦੀ ਪੋਸਟ ਨਾਲ ਨਵਾਜਿਆ ਉਹਨੂੰ। ਤੇ ਉਹ ਜਿਵੇਂ ਹੁਣ ਬਲਟੋਆ ਸਾਹਿਬ ਨੇ ਆਪ ਹੀ ਕਿਹਾ, ਉਹਨਾਂ ਨੇ ਵੱਡੇ ਵੱਡੇ ਅਹੁਦੇ ਨਾਲ ਨਵਾਜ ਕੇ ਤੇ ਸੁਪਰੀਮ ਕੋਰਟ ਦੇ ਵਿੱਚ ਉਹਦੀ ਤਾਰੀਫ ਤੇ ਤਾਰੀਫ ਕੀਤੀ ਹੈ ਕਿ ਇਦੋਂ ਵਧੀਆ ਅਫਸਰ ਸਾਨੂੰ ਕਦੇ ਮਿਲ ਨਹੀਂ ਸੀ ਸਕਦਾ। ਸੋ ਇਹ ਉਹਨਾਂ ਬਾਰੇ ਠੀਕ ਹੈ, ਮੈਂ ਬਲਟੋਆ ਸਾਹਿਬ ਤੋਂ ਇੱਕ ਰਿਐਕਸ਼ਨ ਲੈ ਲਾਂ। ਮੈਂ ਤੁਹਾਡੇ ਕੋਲ ਵਾਪਸ ਆਣਾ, ਦੇਖੋ ਪੰਥਕ ਵੋਟ ਬੈਂਕ ਵਾਲਾ ਸਵਾਲ ਅਜੇ ਬਾਕੀ ਹੈ। ਮੈਂ ਸਵੈਤ ਸਾਹਿਬ ਆਣਾ, ਛੋਟਾ ਰੱਖੀਏ, ਮੈਂ ਤੁਹਾਡੇ ਕੋਲ ਵਾਪਸ ਆਣਾ। ਬਲਟੋਆ ਸਾਹਿਬ, ਤੁਹਾਡੇ ਉੱਤੇ ਇਲਜ਼ਾਮ ਨੇ ਜੋ ਮੈਂ ਸ਼ੁਰੂਆਤ ਤੋਂ ਕਹਿੰਦਾ ਆ ਰਿਹਾ, ਕਿਉਂਕਿ ਵਿਰੋਧੀ ਤੁਹਾਡੇ ਉੱਤੇ ਇਲਜ਼ਾਮ ਲਗਾਉਂਦੇ ਨੇ। ਸਵੈਤ ਸਾਹਿਬ ਨੇ ਵੀ ਉਹੀ ਕਹਿਤਾ ਕਿ ਤੁਸੀਂ ਪੱਖ ਪੂਰਿਆ ਸੈਣੀ ਦਾ, ਇਸ ਕਰਕੇ ਸੁਪਰੀਮ ਕੋਰਟ ਤੋਂ ਇਹ ਪੂਰੇ ਮਾਮਲੇ ਦੇ ਵਿੱਚ ਝਟਕਾ ਲੱਗਿਆ ਸੀ। ਦੇਖੋ ਗੌਰਵ ਜੀ, ਸੁਪਰੀਮ ਕੋਰਟ 'ਚ ਕੇਸ ਗਿਆ, ਉੱਥੇ ਮਿਸਟਰ ਸੈਣੀ ਨੇ ਕੇਸ ਲੜਿਆ ਔਰ ਉਹਦੇ ਕੋਲੇ ਇੱਕ ਵਿੰਡੋ ਹੈਗੀ ਸੀ ਫਾਇਦਾ ਲੈਣ ਵਾਸਤੇ, ਉਹਦਾ ਉਹਨੇ ਫਾਇਦਾ ਉਠਾਇਆ ਔਰ ਫਾਇਦਾ ਉਠਾ ਕੇ ਉਹਨੇ ਉੱਥੋਂ ਕੁਐਸ਼ਨ ਕਰਾ ਲਈ। ਪਰ ਸੁਪਰੀਮ ਕੋਰਟ ਨੇ ਨਾਲ ਹੀ ਕਹਿ ਦਿੱਤਾ ਕਿ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜੀ ਇਹ ਪੀੜਤ ਪਾਰਟੀ ਹੈ ਉਹ ਭੌਂ ਕੇ ਫਿਰ ਜਿਹੜੀ ਆ ਆਪਦੀ ਐਫਆਈਆਰ ਲੌਂਚ ਕਰਾ ਸਕਦੀ ਹੈ, ਆਪਦਾ ਮੁਕੱਦਮਾ ਦਰਜ ਕਰਵਾ ਸਕਦੀ ਹੈ, ਫਿਰ ਕਾਨੂੰਨੀ ਆਪਦੀ ਕਾਰਵਾਈ ਸ਼ੁਰੂ ਕਰ ਸਕਦੀ ਹੈ। ਔਰ ਉਸੇ ਦੇ ਆਧਾਰ ਤੇ ਹੀ ਜਿਹੜਾ ਆ ਅੱਜ ਇੱਥੋਂ ਤੱਕ ਗੱਲ ਪਹੁੰਚੀ ਆ, ਗਵਾਹ ਸਾਹਮਣੇ ਆਏ ਨੇ
ਔਰ ਮੇਰੀ ਇੱਕ ਬੇਨਤੀ ਹੈ, ਸ਼ਵੈਤ ਸਾਹਿਬ ਮੈਨੂੰ ਇਹ ਦੱਸ ਦੇਣ ਕਿ ਭਾਈ ਜੀ। ਜਸਵੰਤ ਸਿੰਘ ਖਾਲੜਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟਸ ਵਿੰਗ ਦੇ ਜਨਰਲ ਸਕੱਤਰ ਸੀ, ਉਹਨਾਂ ਜਿਹੜੀਆਂ 25,000 ਲਵਾਰਸ ਲਾਸ਼ਾਂ ਜਿਹੜਾ ਉਹਨਾਂ ਨੇ ਰਿਕਾਰਡ ਇਕੱਠਾ ਕੀਤਾ ਸੀਗਾ, ਉਹ ਤਾਂ 25,000 ਲਵਾਰਸ ਲਾਸ਼ਾਂ ਦਾ ਤੇ ਉਹਨਾਂ ਨੇ ਰਿਕਾਰਡ ਇਕੱਠਾ ਕਰ ਲਿਆ ਸੀ, ਤੇ ਲੱਖਾਂ ਦੀ ਗਿਣਤੀ 'ਚ ਆ ਸਿੱਖ ਨੌਜਵਾਨ ਜਿਹੜੇ ਤੁਹਾਡੀਆਂ ਸਰਕਾਰਾਂ ਨੇ, ਠੀਕ ਹੈ, ਤੁਹਾਡੇ ਮੁੱਖ ਮੰਤਰੀ ਬੇਅੰਤ ਸਿੰਘ ਨੇ, KPS ਗਿੱਲ ਨੇ, ਰਾਜੀਵ ਗਾਂਧੀ ਨੇ, ਨਰਸਿਮਹਾ ਰਾਓ ਨੇ, ਰਾਸ਼ਟਰਪਤੀ ਰਾਜ ਨੇ, ਜਿਹੜਾ ਕਾਂਗਰਸ ਦੇ ਇਸ਼ਾਰਿਆਂ ਤੇ ਚੱਲਦਾ ਸੀ, ਪੰਜਾਬ 'ਚ ਜਿਹੜੀ ਖੂਨੀ ਹੱਦੀ ਖੇਡੀ ਜਾ ਰਹੀ ਸੀ। 25,000 ਲਵਾਰਸ ਲਾਸ਼ਾਂ ਦਾ ਰਿਕਾਰਡ ਭਾਈ ਜਸਵੰਤ ਸਿੰਘ ਖਾਲੜਾ ਨੇ ਇਕੱਠਾ ਕੀਤਾ। ਤੁਸੀਂ ਉਹ ਦੋਸ਼ੀ ਜੀ। ਔਰ ਭਾਈ ਜਸਵੰਤ ਸਿੰਘ ਖਾਲੜਾ ਦਾ ਰਿਕਾਰਡ ਇਕੱਠਾ ਕਰਦਾ ਲਵਾਰਸ ਲਾਸ਼ਾਂ ਦਾ, ਉਹਨੂੰ ਲਵਾਰਸ ਲਾਸ਼ ਬਣਾਇਆ ਕਿ ਨਹੀਂ ਬਣਾਇਆ? ਇਸ ਕਰਕੇ ਜਿਹੜੀਆਂ ਗੱਲਾਂ ਤੁਸੀਂ ਨਾ ਕਰੋ, ਜਿਹੜੇ ਗੁਨਾਹ ਕੀਤੇ, ਪਾਪ ਕੀਤੇ ਹੈ। ਦੁੱਖ ਇਸ ਗੱਲ ਦਾ ਆ ਕਿ ਸਾਡੀ ਸਿੱਖ ਕੌਮ ਨੇ ਭੌਂ ਕੇ ਪੰਜਾਬ ਦੇ ਅੰਦਰ ਉਹ ਕਾਂਗਰਸ ਪਾਰਟੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਸੀ, ਜਿਹਨੇ ਆਪਦੇ ਗੁਨਾਹਾਂ ਨੂੰ ਕਦੀ ਸਵੀਕਾਰ ਹੀ ਨਹੀਂ ਕੀਤਾ, ਜਿਹਨੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ, 84 ਦਾ ਕਤਲੇਆਮ ਕੀਤਾ, ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ, ਉਹ ਕਾਂਗਰਸੀ ਉੱਠ ਕੇ ਸ਼ਵੈਤ ਸਾਹਿਬ ਵਰਗੇ ਸਾਨੂੰ ਗੱਲਾਂ ਕਰਨ। ਇਸ ਕਰਕੇ ਬੜੇ ਦੁੱਖ ਦੀ ਗੱਲ ਹੈ। ਨਹੀਂ ਦੇਖੋ, ਕਿਉਂਕਿ ਵਲਟੋਆ ਸਾਹਿਬ ਇੱਕ ਤਾਂ ਬੜਾ ਇੰਟਰਸਟਿੰਗ ਹੈ ਨਾ ਇਸ ਪੂਰੇ ਮਾਮਲੇ ਦੇ ਵਿੱਚ, ਇਹਨਾਂ ਦੀ ਜੁੱਤ ਪੈ ਰਹੀ ਹੈ। ਸੈਣੀ ਦੇ ਪੂਰੇ ਮਾਮਲੇ ਦੇ ਵਿੱਚ ਹਰ ਸਵਾਲ ਦੇ ਉੱਤੇ ਕੋਈ ਨਾ ਕੋਈ ਇਨਸੀਡੈਂਟ ਲਿਆ ਕੇ ਤੁਸੀਂ ਕਾਂਗਰਸ ਨੂੰ ਘੇਰ ਰਹੇ ਹੋ, ਚਾਹੇ KPS ਗਿੱਲ ਵਾਲਾ ਹੋਵੇ ਜਾਂ ਖਾਲੜਾ ਜੀ ਵਾਲਾ ਹੋਵੇ ਜਾਂ ਕੋਈ ਹੋਰ ਮੁੱਦਾ ਹੋਵੇ। ਮੈਂ ਸਵੈਤ ਸਾਹਿਬ ਤੋਂ ਰਿਐਕਸ਼ਨ ਲੈਣਾ। ਸਵੈਤ ਸਾਹਿਬ, ਤੁਹਾਡੇ ਉੱਤੇ ਤੁਸੀਂ ਕ੍ਰੈਡਿਟ ਲੈ ਰਹੇ ਹੋ ਕਿ ਅਸੀਂ ਪੱਖ ਰੱਖਿਆ ਤਾਂ ਅੱਜ ਇਹ ਹਾਲ ਹੋਇਆ, ਜਾਂ ਅੱਜ 302 ਜੁੜ ਗਈ ਜਾਂ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ? ਅਕਾਲੀ ਦਲ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਪੱਖ ਰੱਖਿਆ ਗਿਆ ਸੀ ਉਸ ਦਾ ਹੀ ਨਤੀਜਾ ਅੱਜ ਸਭ ਕੁਝ ਸਾਹਮਣੇ ਆ ਰਿਹਾ ਹੈ। ਪਰ ਮੈਂ ਜਿਹੜਾ ਸਵਾਲ ਸ਼ੁਰੂਆਤ ਤੋਂ ਚੁੱਕ ਰਿਹਾ ਕਿ ਇਸ ਨੂੰ ਪੰਥਕ ਵੋਟ ਬੈਂਕ ਨੂੰ ਧਿਆਨ ਦੇ ਵਿੱਚ ਰੱਖਣ ਨੂੰ ਜਾਂ ਸਾਧਣ ਦੀ ਕੋਸ਼ਿਸ਼ ਕਿਉਂ ਨਾ ਮੰਨਿਆ ਜਾਵੇ, ਲੋਕ ਇਹ ਜਾਣਨਾ ਚਾਹੁੰਦੇ ਨੇ। ਸਵੈਤ ਸਾਹਿਬ। ਗੌਰਵ ਜੀ, ਮੈਂ ਕਦੇ ਵੀ, ਤੁਸੀਂ ਮੇਰੀ ਕੋਈ ਡਿਬੇਟ ਚੱਕ ਕੇ ਦੇਖ ਲਓ ਪੁਰਾਣੀਆਂ, ਜਿਹੜਾ 84 ਦਾ ਜਿਹੜਾ ਕਤਲੇਆਮ ਹੈ ਉਹਦੀ ਮੈਂ ਹਮੇਸ਼ਾ ਨਿੰਦਿਆ ਕੀਤੀ ਹੈ। ਉਹ ਇੱਕ ਇਤਿਹਾਸ ਤੇ ਧੱਬਾ ਹੈ। ਉਸ ਵੇਲੇ ਕਾਂਗਰਸ ਸਰਕਾਰ ਸੀ, ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਨਾ ਹੁੰਦਾ, ਤੇ ਇਹ ਧੱਬਾ ਕਦੇ ਮਿਟਣਾ ਨਹੀਂ ਹੈਗਾ। ਕਿੰਨੀ ਵਾਰੀ ਮੈਂ ਅਸੀਂ ਸਾਰੇ ਇਹ ਮੰਨਦੇ ਹਾਂ, ਗੱਲ ਕਹਿ ਚੁੱਕੇ ਹੈਗੇ ਹਾਂ, ਤੇ ਡਾਕਟਰ ਮਨਮੋਹਨ ਸਿੰਘ ਵੀ ਇਸ ਗੱਲ ਬਾਰੇ ਕਹਿ ਸਕੇ, ਸੋਨੀਆ ਗਾਂਧੀ ਵੀ ਕਹਿ ਚੁੱਕੀ ਹੈ, ਰਾਹੁਲ ਗਾਂਧੀ ਵੀ ਕਹਿ ਚੁੱਕੇ ਹੈ। ਤੇ ਇਹ ਹੁਣ ਦੇਖੋ, ਆਪਾਂ ਗੱਲ ਕਰ ਰਹੇ ਹਾਂ ਇਹਦੀ ਸੈਣੀ ਦੀ ਗੱਲ ਕਰ ਰਹੇ ਹਾਂ। ਬਲਟੋਆ ਸਾਹਿਬ ਨੂੰ ਕਿਸੇ ਵੀ ਗੱਲ ਦਾ ਉਹਨਾਂ ਕੋਲ ਜਵਾਬ ਨਹੀਂ ਹੈਗਾ ਜੋ ਅਸੀਂ ਸੈਣੀ ਬਾਰੇ ਗੱਲ ਕਰ ਰਹੇ ਹਾਂ, ਜੋ ਇਹਨਾਂ ਨੇ ਸੈਣੀ ਦੀ ਹਮਾਇਤ ਕੀਤੀ ਹੈ ਧੁਰ ਤੋਂ ਲੈ ਕੇ ਹੁਣ ਤੱਕ। ਉਹ ਹਰ ਗੱਲ ਨੂੰ ਘੁਮਾ ਕੇ ਹੋਰ ਪਾਸੇ ਲੈ ਕੇ ਜਾਂਦੇ। ਜਦੋਂ ਦੂਜੀਆਂ ਗੱਲਾਂ ਕਰਾਂਗੇ ਆਪਾਂ, ਜਦੋਂ ਆਪਾਂ ਖਾਲੜਾ ਸਾਹਿਬ ਦੇ ਕੇਸ ਦੀ ਗੱਲ ਕਰਾਂਗੇ, ਆਪਾਂ ਉਦੋਂ ਵੀ ਸਾਰੀ ਗੱਲ ਕਰਾਂਗੇ। ਲੇਕਿਨ ਮੈਂ ਕਿਸੇ ਵੀ ਉਸ ਗੱਲ ਨੂੰ ਡਿਫੈਂਡ ਨਹੀਂ ਕਰਦਾ, ਤੇ ਨਾ ਹੀ ਮੈਂ, ਦੇਖੋ ਤੁਸੀਂ ਕਹਿੰਦੇ ਹੋ ਪੋਲੀਟਿਕਸ ਦੀ ਗੱਲ ਕਰ ਰਹੇ ਹੋ ਕਿ ਸਿਆਸੀ ਤੌਰ ਤੇ ਬੈਨੀਫਿਟ ਜਾਂ ਲਾਹਾ ਕਿਹਨੂੰ ਹੋਏਗਾ, ਨਹੀਂ। ਮੈਂ ਕਹਿੰਦਾ ਆਪਾਂ ਨੂੰ ਸਿਆਸੀ ਤੌਰ ਤੇ ਲਾਹਾ ਲੈਣ ਦੀ, ਜਿੱਥੋਂ ਤੱਕ ਇਹ ਜਿਹੜਾ ਸੈਣੀ ਦਾ ਮਸਲਾ ਹੈਗਾ, ਉਹ ਮੁਲਤਾਨੀ ਫੈਮਿਲੀ ਨੂੰ, ਪਰਿਵਾਰ ਨੂੰ ਜਿਹੜਾ ਇਨਸਾਫ ਮਿਲ ਜੇ। ਨਹੀਂ, ਲੋਕ ਇਹ ਵੀ ਦੇਖੋ, ਜਾਣਕਾਰ ਸਵੈਤ ਸਾਹਿਬ ਇਹ ਵੀ ਗੱਲ ਕਹਿ ਰਹੇ ਨੇ ਕਿ ਤੁਸੀਂ 2017 ਦੇ ਵਿੱਚ ਕਿਹਾ ਸੀ ਅਸੀਂ ਵੱਡੇ ਮਗਰਮੱਛ ਨਹੀਂ ਛੱਡਣੇ, ਅਸੀਂ ਸਭ ਕੁਝ ਕਰ ਦਾਂਗੇ, ਅਸੀਂ ਚੱਕ ਕੇ ਜੇਲ੍ਹਾਂ ਦੇ ਵਿੱਚ ਪਾ ਦਾਂਗੇ। ਇਹ 2017 ਸਾਰੀਆਂ ਗੱਲਾਂ ਹੋ ਰਹੀਆਂ ਸੀ, ਤੁਹਾਨੂੰ ਯਾਦ ਹੋਏਗਾ। ਸਿਆਸੀ ਜਾਣਕਾਰੀ ਵੀ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਸੈਣੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਪਾ ਕੇ 2022 'ਚ ਦਿਖਾਉਣ ਦੇ ਲਈ ਹੈ ਕਿ ਕਾਂਗਰਸ ਦਿਖਾਏਗੀ ਕਿ ਦੇਖੋ ਅਸੀਂ ਇੱਕ ਵੱਡਾ ਨਾਮ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਂ ਅਸੀਂ ਗ੍ਰਿਫਤਾਰ ਕਰ ਲਿਆ। ਗੌਰਵ ਜੀ, 2017 ਦੇ ਵਿੱਚ ਸਾਡੇ ਮੈਨੀਫੈਸਟੋ ਦੇ ਵਿੱਚ ਗੱਲਾਂ ਅਸੀਂ ਲਿਖੀਆਂ ਕਿ ਬਾਈਬਲ ਕਲਾਂ ਦੇ ਜਿਹੜੇ ਗੁਨਾਹਕਾਰ ਨੇ ਅਸੀਂ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ, ਤੁਹਾਨੂੰ ਕਟਹਿਰੇ ਖੜਾ ਕਰਾਂਗੇ। ਹਾਂ, ਦੇਰੀ ਜ਼ਰੂਰ ਹੋਈ ਹੈ, ਬਿਲਕੁਲ ਮੈਂ ਮੰਨਦਾ ਇਸ ਗੱਲ ਨੂੰ, ਸਾਡੀ ਸਰਕਾਰ ਵੱਲੋਂ ਦੇਰੀ ਹੋਈ ਹੈ, ਲੇਕਿਨ ਅਸੀਂ ਉਸ ਆਪਣੀ ਵਚਨਬੱਧਤਾ ਨਾਲ ਅੱਜ ਵੀ ਜਿਹੜਾ ਹੈਗਾ ਆਪਣੀ ਕਾਰਜਵਾਈ ਕਰ ਰਹੇ ਹਾਂ। ਅੱਜ ਵੀ ਬਾਈਬਲ ਕਲਾਂ ਦਾ ਅੱਜ ਹੁਣ ਇਹ ਹੈਗਾ ਖੁਸ਼ੀ ਦੀ ਗੱਲ ਕਿ ਉਹ ਵੀ ਇੱਕ ਫਾਈਨਲ ਸਟੇਜ ਤੇ ਪਹੁੰਚ ਚੁੱਕਾ ਹੈਗਾ। ਹੋ ਸਕਦਾ ਉਹਦੇ ਵਿੱਚ ਵੀ ਜਿਹੜਾ ਹੈਗਾ ਇਹ ਸੈਣੀ ਜਿਹੜਾ ਹੈਗਾ ਨਾਮਜ਼ਦ ਹੋ ਕੇ ਉਸ ਮੁਕੱਦਮੇ ਦੇ ਵਿੱਚ ਵੀ ਇਹਨੂੰ ਜਿਹੜਾ ਹੈਗਾ ਸਲਾਖਾਂ ਦੇ ਪਿੱਛੇ ਜਾਵੇ, ਇਸ ਦੇ ਵਿੱਚ ਵੀ ਜਾਵੇ। ਇਹ ਸਾਡੀ ਜਿਹੜੀ ਵਾਅਦੇ ਪਹਿਲਾਂ ਕੀਤੇ ਸੀ ਉਹ ਸਾਡਾ ਉਹਦਾ ਹਿੱਸਾ ਹੈਗਾ। ਦੂਜਾ 2022 ਦੇ ਵਿੱਚ ਇਹਦਾ ਸਿਆਸੀ ਬੈਨੀਫਿਟ ਆਵੇ ਕਿਸੇ ਨਾ ਆਵੇ, ਉਹ ਲੋਕਾਂ ਨੇ ਫੈਸਲਾ ਕਰਨਾ ਜੀ। ਉਹ ਮੈਂ ਇਹਦੇ ਬਾਰੇ ਜਿਹੜਾ ਹੈਗਾ ਕਮੈਂਟ ਨਹੀਂ ਕਰ ਸਕਦਾ। ਉਹ ਲੋਕਾਂ ਨੇ, ਜੋ ਲੋਕ ਸੋਚਦੇ ਨੇ ਕਿ ਕਾਂਗਰਸ ਨੇ ਸਹੀ ਕੀਤਾ, ਗਲਤ ਕੀਤਾ, ਵਾਅਦੇ ਨਿਭਾਏ ਜਾਂ ਨਹੀਂ ਨਿਭਾਏ ਹੈਗੇ, ਇਹ ਲੋਕਾਂ ਨੇ ਜੀ, ਉਹਨਾਂ ਨੇ ਆਪ ਨੇ ਸੋਚਣਾ। ਤੁਹਾਡੇ ਜ਼ਿਹਨ 'ਚ ਹੈ ਕਿ ਨਹੀਂ ਹੈ? ਤੁਹਾਡੇ ਜ਼ਿਹਨ 'ਚ ਹੈ ਕਿ ਨਹੀਂ ਹੈ? ਲੋਕ ਤਾਂ ਇਹੀ ਜਾਣਨਾ ਚਾਹੁੰਦੇ ਨੇ ਨਾ। ਤੁਸੀਂ ਅੱਜ ਸਾਡੇ ਜ਼ਿਹਨ ਦੇ ਵਿੱਚ ਜੋ ਅਸੀਂ ਵਾਅਦੇ ਕੀਤੇ ਸੀ, ਪੂਰਾ ਮਾਮਲਾ ਤਾਂ ਚੋਣਾਂ ਦੇ ਨਾਲ ਜੁੜਦਾ ਹੀ ਹੈ ਨਾ। ਹਾਂ, ਦੇਖੋ ਸਾਡੇ ਜ਼ਿਹਨ ਦੇ ਵਿੱਚ ਤਾਂ ਜਿਹੜਾ ਅਸੀਂ ਵਾਅਦੇ ਕੀਤੇ 2017 'ਚ ਉਹ ਪੂਰੇ ਕਰਨਾ ਸਭ ਤੋਂ ਪਹਿਲਾਂ ਤਾਂ ਉਹ ਸਾਡੇ ਜ਼ਿਹਨ ਦੇ ਵਿੱਚ ਹੈਗਾ ਕਿ ਅਸੀਂ ਕਿਤੇ ਨਾ ਕਿਤੇ ਪਛੜ ਰਹੇ ਹਾਂ, ਕਿਤੇ ਨਾ ਕਿਤੇ ਪਛੜ ਰਹੇ ਹਾਂ। ਅਸੀਂ ਬਾਈਬਲ ਕਲਾਂ ਦਾ ਜੋ ਉਹ ਸੀਗਾ ਮਸਲਾ ਉਹਨੂੰ ਹੱਲ ਕਰਨ ਦੇ ਵਿੱਚ ਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ, ਉਸ ਗੱਲ ਦਾ ਵਾਅਦਾ ਅਸੀਂ ਉਹ ਪੂਰਾ ਕਰ ਰਹੇ ਹਾਂ ਜੀ। ਤੇ ਆ ਜਿਹੜਾ ਹੈਗਾ ਇਹ ਮੁਲਤਾਨੀ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸਾਡੇ ਨਾਲ ਮੈਂ ਤੁਹਾਡੇ ਕੋਲ ਆਉਣਾ ਸਰ, ਮੈਂ ਤੁਹਾਡੇ ਕੋਲ ਆਉਣਾ। ਪੀਰ ਮੁਹੰਮਦ ਜੀ ਸਾਡੇ ਨਾਲ ਨੇ ਲਗਾਤਾਰ। ਪੀਰ ਮੁਹੰਮਦ ਜੀ, ਤੁਹਾਡਾ ਰਿਐਕਸ਼ਨ ਚਾਹੂੰਗਾ ਕਿ ਇਸ ਨੂੰ ਪੰਥਕ ਵੋਟ ਬੈਂਕ ਦੇ ਨਾਲ ਜੋੜ ਕੇ ਦੇਖਿਆ ਜਾਵੇ ਜਾਂ ਨਾ।
ਅਸੀਂ ਆਪਣੇ ਦਰਸ਼ਕਾਂ ਤੋਂ ਵੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੀਰ ਮੁਹੰਮਦ ਜੀ, ਦੇਖੋ ਜੀ, ਜਿਹੜੇ ਪੀੜਤ ਪਰਿਵਾਰ ਨੇ ਗੌਰਵ ਜੀ, ਜਿਹੜਾ ਵੀ ਉਹਨਾਂ ਨੂੰ ਨਿਆਂ ਦੇਗਾ, ਜਿਹੜੀ ਵੀ ਪੋਲੀਟੀਕਲ ਇੱਛਾ ਸ਼ਕਤੀ ਦੇ ਨਾਲ ਕੰਮ ਕਰੇਗਾ ਜਾਂ ਕਾਨੂੰਨ ਦੇ ਅਨੁਸਾਰ ਕੰਮ ਕਰੇਗਾ, ਤੇ ਉਸ ਦੇ ਵਿੱਚ ਲੋਕ ਸਮਝਦੇ ਆ ਗੱਲ ਸਾਰੀ ਨੂੰ ਕਿ ਕੌਣ ਕੀ ਕਰ ਰਿਹਾ ਹੈ। ਮੈਂ ਤਾਂ ਅਕਾਲੀ ਦਲ ਨੂੰ ਕਹਾਂਗਾ ਕਿ ਇੱਕ ਡੀਜੀਪੀ ਹੋਰ ਬਿਠਾਈ ਬੈਠੇ ਆਏ, ਕਿ ਉਹਦੀ ਕਦੋਂ ਵੇਟ ਕਰਨਗੇ, ਕਦੋਂ ਉਹਨੂੰ ਆਪਣੀ ਪਾਰਟੀ ਚੋਂ ਬਾਹਰ ਕੱਢਣਗੇ। ਉਹ ਇਜ਼ਹਾਰ ਆਲਮ ਹੈ, ਉਸ ਦੇ ਉੱਪਰ ਵੀ ਇਸ ਤਰ੍ਹਾਂ ਦੇ ਦੋਸ਼ ਲੱਗਦੇ ਨੇ। ਉਹ ਵੀ ਅੱਜ ਅਕਾਲੀ ਦਲ ਦੇ ਵਿੱਚ ਬੈਠਾ ਹੋਇਆ, ਉਹਨੂੰ ਵਲਟੋਆ ਸਾਹਿਬ ਰਹੀ ਬਾਹਰ ਕੱਢਣ ਖਾ ਪਾਰਟੀ ਦੇ ਵਿੱਚੋਂ, ਫਿਰ ਪਤਾ ਲੱਗੇ ਕਿ ਅੱਗੇ ਤਾਂ ਉਹ ਗਲਤੀ ਹੋ ਗਈ, ਹੁਣ ਨਹੀਂ ਗਲਤੀ ਇਹ ਕਰਨਗੇ ਅੱਗੇ ਜਾ ਕੇ। ਤੁਹਾਨੂੰ ਲੱਗਦਾ ਕੋਈ ਵੱਡੀ ਤਾਕਤ ਹੈ ਸੈਣੀ ਨੂੰ ਬਚਾ ਰਹੀ ਹੈ? ਦੇਖੋ, ਸੈਣੀ ਨੂੰ ਬਚਾਉਣ ਤੋਂ ਤੁਸੀਂ ਦੇਖੋ, ਇਹ ਆਮ ਬੰਦਾ ਇੰਨਾ ਹੀ ਲੜਾਈ ਕਿੱਥੇ ਲੜ ਸਕਦਾ? ਜਿੰਨੀ ਲੜਾਈ ਇਸ ਕੇਸ ਦੇ ਵਿੱਚ ਲੜੀ ਗਈ ਹੈ, ਤਾਂ ਇੱਕ ਫਾਰਮਰ ਡੀਜੀਪੀ ਜਿਹੜੇ ਵਿਰਕ ਸਾਹਿਬ ਨੇ, ਉਹਨਾਂ ਦਾ ਬੇਟਾ ਪ੍ਰਦੀਪ ਵਿਰਕ, ਉਹਨੇ ਆਪਣੇ ਪੱਧਰ ਦੇ ਉੱਤੇ ਇੱਕ ਬੜੀ ਵੱਡੀ ਲੜਾਈ ਲੜ ਕੇ ਅੱਜ ਨਿਆਂ ਦੇ ਤੱਕ ਲਿਆਂਦੀ ਇਹ ਗੱਲ। ਪਰ ਇੰਨੇ ਵੱਡੇ ਵਕੀਲ ਕਰਨੇ ਔਰ ਇਸ ਤਰ੍ਹਾਂ ਦੇ ਗਵਾਹ ਅਦਾਲਤਾਂ ਤੱਕ ਲੈ ਕੇ ਜਾਣੇ, ਤੇ ਇਸ ਤਰ੍ਹਾਂ ਦਾ ਸਾਰਾ ਕੁਝ ਕੌਣ ਕਰ ਸਕਦਾ? ਕਾਨੂੰਨ ਦਾ ਰਾਜ ਹੋਣਾ ਚਾਹੀਦਾ, ਧਰਮ ਨਿਭਾਉਣਾ ਚਾਹੀਦਾ ਸਰਕਾਰਾਂ ਨੂੰ, ਉਹ ਨਹੀਂ ਨਿਭਾ ਰਹੀਆਂ। ਨਾ ਕਾਨੂੰਨ ਦੀ ਇੰਪਲੀਮੈਂਟੇਸ਼ਨ ਸਹੀ ਢੰਗ ਦੇ ਨਾਲ ਹੋ ਰਹੀ ਹੈ, ਉਹ ਕਰਨ ਦੀ ਲੋੜ ਹੈਗੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪਿਛਲੀ ਵਾਰ ਪੰਜਾਬ ਦੇ ਲੋਕਾਂ ਨੇ ਜਿਤਾਇਆ ਸੀ, ਇਸ ਕਰਕੇ ਜਿਤਾਇਆ ਸੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਕਈ ਫੈਸਲੇ ਬੜੇ ਬੋਲਡ ਉਹਨਾਂ ਲਏ ਸੀ, ਜਿਵੇਂ ਸਤਲੁਜ ਜਮਨਾ ਲਿੰਕ ਨਹਿਰ ਦਾ। ਹੁਣ ਵੀ ਉਹ ਜੇ ਫੈਸਲਾ ਚੰਗੇ ਤਰੀਕੇ ਨਾਲ ਲੈਣਗੇ, ਲੱਭਣਗੇ ਸੈਣੀ ਵਰਗੇ ਨੂੰ, ਤੇ ਜ਼ਰੂਰ ਲੋਕ। ਚਲੋ ਇੱਕ ਸਵੈਤ ਸਾਹਿਬ, ਇੱਕ ਆਖਰੀ ਰਿਐਕਸ਼ਨ ਤੁਹਾਡੇ ਤੋਂ, ਜੋ ਜ਼ਿਕਰ ਕਰ ਰਹੇ ਸੀ ਕਿ ਬੜੇ ਬੋਲਡ ਫੈਸਲੇ ਉਮੀਦ ਸੀ ਲੋਕਾਂ ਨੂੰ ਕਿ ਲਏ ਜਾਣਗੇ ਇਸ ਪੂਰੇ ਮਾਮਲੇ ਦੇ ਵਿੱਚ ਜਾਂ ਸਰਕਾਰ ਬਣਨ ਤੋਂ ਬਾਅਦ। ਆਖਰੀ ਦੇ ਵਿੱਚ ਮੈਂ ਫੇਰ ਉਹੀ ਸਵਾਲ ਪੁੱਛ ਰਿਹਾ, ਕਦੋਂ ਸੈਣੀ ਗ੍ਰਿਫਤਾਰ ਹੋਏਗਾ? ਇਹ ਕੋਈ ਆਮ ਸ਼ਖਸ ਹੁੰਦਾ, ਕੋਈ ਆਮ ਲੋਕ ਹੁੰਦੇ ਤਾਂ 24 ਘੰਟੇ 'ਚ ਪੁਲਿਸ ਗ੍ਰਿਫਤਾਰੀ ਦਿਖਾ ਦਿੰਦੀ ਹੈ। ਪਟਿਆਲਾ ਦਾ ਅਸੀਂ ਦੇਖਿਆ ਪੂਰਾ ਕੰਮ, ਪਟਿਆਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਹਮਲਾ ਹੋਇਆ ਸੀ, ਕਿਵੇਂ ਪੂਰੀ ਪੁਲਿਸ ਫੋਰਸ ਉੱਥੇ ਪਹੁੰਚ ਗਈ ਨਿਹੰਗ ਸਿੰਘਾਂ ਨੂੰ ਜਿਨ੍ਹਾਂ ਦੇ ਉੱਤੇ ਇਲਜ਼ਾਮ ਸੀ ਗ੍ਰਿਫਤਾਰ ਕਰਨ ਦੇ ਲਈ। ਪਰ ਸੈਣੀ ਗ੍ਰਿਫਤਾਰੀ ਕਿਉਂ ਨਹੀਂ? ਇਹ ਲੋਕ ਜਾਣਨਾ ਚਾਹੁੰਦੇ ਨੇ, ਸਵਾਲ ਪੁੱਛਦੇ ਨੇ, ਸਾਡੇ ਤੱਕ ਸਵਾਲ ਪਹੁੰਚਦੇ ਨੇ। ਇਹ ਸਵੈਤ ਸਾਹਿਬ, ਦੇਖੋ, ਅੱਜ ਇਸ ਵੇਲੇ ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਪੰਜਾਬ ਪੁਲਿਸ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਹੈ, ਤੇ ਬਹੁਤ ਜਲਦ ਤੋਂ ਜਲਦ ਜਿਹੜਾ ਹੈਗਾ ਉਹਨਾਂ ਨੂੰ ਗ੍ਰਿਫਤਾਰੀ ਜਿਹੜੀ ਹੈਗੀ ਹੈ ਉਹਨਾਂ ਦੀ ਸੰਭਵ ਹੋਏਗੀ, ਤੇ ਉਹ ਸਲਾਖਾਂ ਦੇ ਪਿੱਛੇ ਹੋਏਗਾ ਜੀ। ਨਹੀਂ, 24-48 ਘੰਟੇ, ਹਫਤਾ, 2 ਹਫ਼ਤੇ, ਮਹੀਨਾ, ਸਾਲ, ਕੁਝ ਦੱਸ ਸਕਦੇ ਹੋ ਕਿ ਕਿੱਥੇ ਤੱਕ ਪਹੁੰਚੇ? ਲੋਕ ਇਹੀ ਜਾਣਨਾ ਚਾਹੁੰਦੇ ਨੇ। ਨਹੀਂ, ਇਸ ਬਾਰੇ ਮੈਂ ਆਪਣੇ ਲੈਵਲ ਤੇ ਜਿਹੜੀ ਹੈਗੇ ਘੰਟਿਆਂ ਦੀ ਜਾਂ ਘੜੀਆਂ ਦੀ ਉਹ ਗੱਲ ਨਹੀਂ ਮੈਂ ਕਰ ਸਕਦਾ ਹੈਗਾ, ਕਿਉਂਕਿ ਇਸ ਬਾਰੇ ਤਾਂ ਜਿਹੜੇ ਡੀਜੀਪੀ ਪੰਜਾਬ ਉਹ ਹੀ ਦੱਸ ਸਕਦੇ ਨੇ ਜੀ ਕਿ ਅਸੀਂ ਕਿੰਨੇ ਘੰਟੇ ਜਾਂ ਕਿੰਨੇ ਘੰਟੇ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਿਕਿਉਰਿਟੀ ਉਹਨਾਂ ਦੇ ਕੋਲ ਸੀ, Z+ ਸਿਕਿਉਰਿਟੀ, ਉਹਨਾਂ ਤੋਂ ਵੀ ਕੁਐਸਚਨ ਹੋਣੇ ਚਾਹੀਦੇ ਨੇ ਕਿ ਤੁਹਾਨੂੰ ਸੁਰੱਖਿਆ ਦੇ ਲਈ ਰੱਖਿਆ ਸੀਗਾ, ਇਹ ਸ਼ਖਸੀ ਲਾਪਤਾ ਹੋ ਗਿਆ? ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਮੰਦਭਾਗੀ ਗੱਲ ਇਹ ਹੈਗੀ ਹੈ ਜੀ, ਉਹਨਾਂ ਤੋਂ ਵੀ ਸਵਾਲ ਜਵਾਬ ਹੋਣੇ ਚਾਹੀਦੇ? ਨਹੀਂ, ਮੰਦਭਾਗੀ ਤੇ ਕਾਇਰਤਾ ਵਾਲੀ ਗੱਲ ਇਹ ਹੈਗੀ ਹੈ ਸੈਣੀ ਦੀ, ਉਹ ਸਾਰੀ ਸਿਕਿਉਰਿਟੀ ਛੱਡ ਕੇ ਇਕੱਲਾ ਪਰਿਵਾਰ ਨੂੰ ਲੈ ਕੇ ਉਹ ਭੱਜ ਗਿਆ ਹੈ ਆਪਣੀ ਘਰਵਾਲੀ ਨਾਲ। ਇਹ ਉਹਦੀ ਜਿਹੜੀ ਕਾਇਰਤਾ ਹੈ ਜੀ, ਇਹ ਕਾਇਰਤਾ। ਠੀਕ ਹੈ, ਚਲੋ ਠੀਕ ਹੈ ਸਰ, ਤੁਸੀਂ ਤਾਂ ਇਹ ਜ਼ਿਕਰ ਕਰ ਰਹੇ ਹੋ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਵਲਟੋਆ ਸਾਹਿਬ ਤੁਹਾਡਾ ਵੀ ਧੰਨਵਾਦ, ਤੇ ਪੀਰ ਮੁਹੰਮਦ ਜੀ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਪੂਰਾ ਮਾਮਲਾ ਕੀ ਹੈ, ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰ ਰਹੇ ਸੀ ਕਿ ਦੇਖੋ 2022 ਤਾਂ ਹਰ ਮੁੱਦੇ 'ਚ ਹਰ ਪਾਰਟੀ ਦੇ ਹਮੇਸ਼ਾ ਜ਼ਿਹਨ ਦੇ ਵਿੱਚ ਹੈ ਕਿ 2022 'ਚ ਕਿਹੜੀਆਂ ਗੋਟੀਆਂ ਕਿਵੇਂ ਫਿੱਟ ਕੀਤੀਆਂ ਜਾਣ ਕਿ ਸੱਤਾ ਤੱਕ ਪਹੁੰਚਿਆ ਜਾ ਸਕੇ, ਤਾਂ ਕਿ ਸੈਣੀ ਵੀ ਉਸੀ ਪੂਰੀ ਸਿਆਸਤ ਦਾ ਇੱਕ ਪਾਰਟ ਹੈ। ਪਰ ਦੂਜਾ ਸਵਾਲ ਇਹ ਵੀ ਹੈ ਕਿ ਇੱਕ ਸ਼ਖਸ ਜਿਸ ਦੇ ਕੋਲ ਸਿਕਿਉਰਿਟੀ ਸੀ, Z+ ਸਿਕਿਉਰਿਟੀ ਸੀ, ਬਹੁਤ ਸਾਰੇ ਜਿਹੜੇ ਹੁੰਦੇ ਨੇ ਸੁਰੱਖਿਆ ਮੁਲਾਜ਼ਮ, ਜੇਕਰ ਉਹ ਅੰਡਰਗਰਾਉਂਡ ਹੋ ਗਿਆ ਤਾਂ ਫਿਰ ਕਿਵੇਂ ਗ੍ਰਿਫਤਾਰੀ ਹੋਏਗੀ? ਕਿ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ? ਖੈਰ, ਉਮੀਦ ਕਰਾਂਗੇ ਕਿ ਜੋ ਜ਼ਿਕਰ ਅਸੀਂ ਕਰ ਰਹੇ ਸੀ ਕਿ ਜਿਵੇਂ ਸਵੈਤ ਸਾਹਿਬ ਨੇ ਵੀ ਕਿਹਾ ਕਿ ਜਲਦ ਗ੍ਰਿਫਤਾਰੀ ਹੋਏਗੀ, ਦੇਖਣਾ ਹੋਵੇਗਾ ਕਿੰਨੀ ਕੁ ਜਲਦ ਸਲਾਖਾਂ ਦੇ ਪਿੱਛੇ ਪਹੁੰਚਾਉਣ 'ਚ ਕਾਮਯਾਬ ਰਹਿੰਦੀ ਹੈ SIT ਜਾਂ ਪੰਜਾਬ ਪੁਲਿਸ। ਫਿਲਹਾਲ ਇਸ ਚਰਚਾ ਦੇ ਵਿੱਚ ਨਹੀਂ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤਾਂ ਗੱਲ ਹੋਏਗੀ ਤੁਹਾਡੇ ਦਰਸ਼ਕਾਂ ਦੀ ਰਾਏ ਦੀ। ਜੋ ਅਸੀਂ ਸਵਾਲ ਪੁੱਛਿਆ ਸੀ ਉਸ ਦੇ ਉੱਤੇ ਸਾਡੇ ਦਰਸ਼ਕਾਂ ਦੀ ਕੀ ਰਾਏ, ਤੇ ਹੁਣ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਵੇਲਾ ਹੋ ਚੱਲਿਆ ਸਾਡੇ ਦਰਸ਼ਕਾਂ ਦੀ ਰਾਏ ਤੁਹਾਨੂੰ ਦੱਸਣ ਦੇ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਜੋ ਸਵਾਲ ਪੁੱਛਿਆ ਸੀ ਉਸ ਦੇ ਉੱਤੇ ਦਰਸ਼ਕਾਂ ਦੇ ਵੱਲੋਂ ਕੀ ਰਾਏ ਸਾਡੇ ਤੱਕ ਪਹੁੰਚਾਈ ਗਈ ਹੈ, ਜੋ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਅਸੀਂ ਸਵਾਲ ਅੱਜ ਪੁੱਛਿਆ ਕਿ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ, ਤਾਂ ਇਸ ਦੇ ਉੱਤੇ ਸਾਨੂੰ ਭਰਪੂਰ ਹੁੰਗਾਰਾ ਮਿਲਿਆ ਤੇ ਜੋ ਜਵਾਬ ਆਇਆ ਉਹ ਵੀ ਤੁਹਾਡੀ ਟੀਵੀ ਸਕਰੀਨ ਤੇ ਕੁਝ ਹੀ ਪਲਾਂ ਦੇ ਵਿੱਚ। ਸਵਾਲ ਸੀ ਕਿ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਕਰ ਸਕਦੀ ਹੈ ਪ੍ਰਭਾਵਿਤ, ਤਾਂ ਸਾਡੇ ਦਰਸ਼ਕਾਂ ਦੀ ਰਾਏ 90% ਸਾਡੇ ਦਰਸ਼ਕਾਂ ਨੂੰ ਲੱਗਦਾ, ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਲੱਗਦਾ ਕਿ ਜੀ ਹਾਂ
ਇਹ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਮੇਤ ਸਿੰਘ ਸੈਣੀ ਦੀ ਸਾਬਕਾ ਡੀਜੀਪੀ ਦੀ ਗ੍ਰਿਫਤਾਰੀ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਦੇ ਵਿੱਚ ਤੇ 10% ਨੂੰ ਲੱਗਦਾ ਹੈ ਕਿ ਜੇ ਨਹੀਂ ਸਮੇਤ ਸੈਣੀ ਦੀ ਗ੍ਰਿਫਤਾਰੀ ਪੰਥਕ ਵੋਟ ਬੈਂਕ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਤੇ ਇਹ ਸਾਡੇ ਦਰਸ਼ਕਾਂ ਦੀ ਰਾਏ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।